ਧੰਨ ਵਾਹਿਗੁਰੂ। ਸਾਹਿਬ ਜੀ ਆਪ ਲਿਏ ਲੜ ਲਾਏ, ਦਰ ਦਰ ਵੇਸ਼ ਸੇ ਤਿੰਨ ਧਨ ਜੜੇਂਦੀ ਮਾਓ, ਆਏ ਸਫਲ ਸੇ। ਧੰਨ ਵਾਹਿਗੁਰੂ ਸਾਹਿਬ ਜੀ। ਮਹਿਲਾ ਪੰਜਵਾਂ। ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛਿਪੁਰੋ, ਹੋਇਓ ਲਖੀਣਾ। ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛਿਪੁਰੋ, ਹੋਇਓ ਲਖੀਣਾ। ਰਹਾਓ। ਬੁਨ ਨਾ ਤਨ ਨਾ ਤਿਆਗ ਕੈ, ਪ੍ਰੀਤ ਚਰਨ ਕਬੀਰਾ, ਨੀਚ ਕੁਲਾਂ ਜੁਲਾਹਰਾ, ਭਇਓ ਗੁਣੀ ਗਹੀਰਾ। ਰਵਿਦਾਸ ਢਵੰਤਾ ਢੋਰ ਨੀਤ, ਤਿਨ ਤਿਆਗੀ ਮਾਇਆ, ਪ੍ਰਗਟ ਹੁਆ ਸਾਧ ਸੰਗ, ਹਰ ਦਰਸ਼ਨ ਪਾਇਆ। ਸੈਣ ਨਾਈ ਬੁਤਕਾਰੀਆ, ਓ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ, ਭਗਤਾਂ ਮਹਿ ਗਣਿਆ। ਇਹ ਬਿਦ ਸੁਣ ਕੇ ਜਟ ਰੋ, ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ, ਧੰਨਾ ਵੱਡ ਭਾਗਾ। ਇਹ ਬਿਦ ਸੁਣ ਕੇ ਜਟ ਰੋ, ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ, ਧੰਨਾ ਵੱਡ ਭਾਗਾ। ਚਵਰ ਛਤਰ ਤਖਤ ਦੇ ਮਾਲਕ ਬਾਦਸ਼ਾਹ ਦਰਵੇਸ਼, ਸਿੱਖ ਕੌਮ ਦੀ ਮੌਜੂਦਾ ਸਰਕਾਰ, ਸ਼ਬਦ ਗੁਰੂ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸਜੇ ਹੋਏ ਦਰਬਾਰ ਦੇ ਵਿੱਚ ਹਾਜ਼ਰੀਨ ਸਤ ਸੰਗੀ ਜਨੋ, ਆਪ ਜੀ ਨੇ ਸ਼ਾਮਾਂ ਦੇ ਵਿਸ਼ੇਸ਼ ਦੀਵਾਨ ਦੇ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਸਤਿਕਾਰਯੋਗ ਭਾਈ ਸਾਹਿਬ ਪਾਸੋਂ ਗੁਰਬਾਣੀ ਪਾਠ, ਸ਼ਾਮ ਦੇ ਵਕਤ ਸੋਦਰ ਸਾਹਿਬ ਜੀ ਦੀ ਬਾਣੀ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਉਪਰੰਤ ਹਜ਼ੂਰੀ ਜਥੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਦਾ ਆਨੰਦ ਮਾਣਿਆ ਹੈ। ਮੂਲ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਅੱਜ ਅਸੀਂ ਸਾਰੇ ਹੀ 15 ਭਗਤ ਸਾਹਿਬਾਨਾਂ ਵਿੱਚੋਂ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋ ਕੇ ਇਕੱਤਰ ਹੋਏ ਹਾਂ। ਉਹਨਾਂ ਦੀ ਮੁਬਾਰਕ ਬਾਣੀ ਵਿੱਚੋਂ ਮੁਬਾਰਕ ਉਪਦੇਸ਼, ਜੀਵਨ ਦੀਆਂ ਸਿੱਖਿਆਵਾਂ
ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਨਾਂ ਦੇ ਵਡਮੁੱਲੇ ਵਿਚਾਰ ਜੋ ਮਹਾਰਾਜ ਜੀ ਨੇ ਸੰਭਾਲੇ, ਦਰਜ ਕੀਤੇ, ਗੁਰੂ ਰਹਿਮਤ ਦੇ ਨਾਲ ਗੁਰੂ ਅਸੀਸ ਲੈ ਕੇ ਵਿਚਾਰ ਸਾਂਝੀ ਕਰ ਸਕੀਏ। ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਫਤਿਹ ਨਾਲ ਸਾਂਝ ਪਾਈਏ। ਸਾਰੇ ਹੀ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਨੇ ਪ੍ਰਚਾਰ ਦੌਰਿਆਂ ਦੇ ਦੌਰਾਨ ਭਗਤ ਸਾਹਿਬਾਨਾਂ ਜੀ ਦੇ ਲਿਖੇ ਹੋਏ ਸ਼ਬਦ, ਸਲੋਕ, ਉਹਨਾਂ ਦੇ ਵਡਮੁੱਲੇ ਉਪਦੇਸ਼ ਮਹਾਰਾਜ ਜੀ ਨੇ ਆਪਣੀ ਪੋਥੀ ਦੇ ਵਿੱਚ ਸੰਭਾਲ ਲਏ। ਗੁਰੂ ਨਾਨਕ ਸਾਹਿਬ ਨੇ ਪਹਿਲੀ ਪ੍ਰਚਾਰ ਦੌਰੇ ਦੇ ਦੌਰਾਨ ਹੀ ਤਕਰੀਬਨ ਇਹ ਕੀਮਤੀ ਰਤਨ ਕਲਮਬੰਦ ਕਰ ਲਏ ਸਨ ਔਰ ਗੁਰੂ ਮਹਾਰਾਜ ਜੀ ਨੇ ਇਹ ਮਹਿਸੂਸ ਕੀਤਾ ਸੀ ਕਿ ਇਸ ਸਮਾਜ ਦੇ ਵਿੱਚ, ਧਰਤੀ ਦੇ ਉੱਤੇ ਰਹਿਣ ਵਾਲੇ ਜੀਆਂ ਲਈ ਅਕਾਲ ਪੁਰਖ ਵਾਹਿਗੁਰੂ ਨੇ ਜਿੱਥੇ ਗੁਣਾਂ ਦਾ, ਗਿਆਨ ਦਾ, ਸੋਝੀ ਦਾ ਅੰਬਾਰ ਭੰਡਾਰ ਖੋਲ੍ਹੇ ਹੈ, ਕੁਝ ਚੁਣਵੇਂ ਲੋਕਾਂ ਨੇ ਕਰਤਾਰ ਦੇ ਹੁਕਮ ਨੂੰ ਪਛਾਣਿਆ ਹੈ, ਅਕਾਲ ਪੁਰਖ ਵਾਹਿਗੁਰੂ ਨੂੰ ਸਮਝਿਆ, ਜਾਣਿਆ ਔਰ ਉਸ ਨਿਮਿਤ ਉਹਨਾਂ ਨੇ ਪਹਿਲਾਂ ਆਪਣੇ ਆਪੇ ਨੂੰ ਘੜਨ ਦੀ ਕੋਸ਼ਿਸ਼ ਕੀਤੀ ਹੈ, ਸੱਚ ਦੇ ਰਾਹ ਤੇ ਤੁਰਨ ਦਾ ਯਤਨ ਕੀਤਾ ਹੈ। ਇਹਦੇ ਲਈ ਉਹਨਾਂ ਨੇ ਆਪਣੇ ਪਿਛਲੇ ਕਰਮਾਂ ਦੇ ਤਮਾਮ ਭਰਮ, ਜਾਲ, ਵਹਿਮ ਭਰਮ ਸਾਰੇ ਤਿਆਗ ਦਿੱਤੇ ਔਰ ਉਹਨਾਂ ਨੇ ਆਪਣੇ ਜੀਵਨ ਨੂੰ ਸੋਹਣਾ ਤੇ ਬਿਹਤਰ ਬਣਾ ਕੇ ਮਹਿਸੂਸ ਕੀਤਾ ਕਿ ਇਹ ਉਪਦੇਸ਼ ਜਨ ਜਨ ਤੱਕ ਜਾਣਾ ਚਾਹੀਦਾ ਹੈ। ਤੇ ਉਹਨਾਂ ਭਗਤ ਸਾਹਿਬਾਨਾਂ ਨੇ, ਨੇਕ ਪੁਰਸ਼ਾਂ ਨੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ, ਆਪਣੇ ਖਿੱਤਿਆਂ ਦੇ ਵਿੱਚ ਜਿੰਨਾ ਹੋ ਸਕਦਾ ਸੀ ਉਸ ਤੋਂ ਵੀ ਵਧੇਰੇ ਉਹਨਾਂ ਨੇ ਯਤਨ ਕੀਤੇ, ਉਪਰਾਲੇ ਕੀਤੇ। ਸਤ ਸੰਗਤ ਦੇ ਰੂਪ ਦੇ ਵਿੱਚ ਉਹਨਾਂ ਨੇ ਬੈਠ ਕੇ ਸੁਨੇਹੇ ਦੇਣੇ, ਜਾਗਰਤ ਕਰਨਾ, ਤਾਂ ਕਿ ਆਮ ਮਨੁੱਖ ਪਹਿਲਾਂ ਆਪਣਾ ਜੀਵਨ ਕਰਤਾਰ ਅਕਾਲ ਪੁਰਖ ਨੂੰ ਸਮਰਪਿਤ ਕਰੇ, ਵਹਿਮਾਂ ਭਰਮਾਂ ਕਰਮ ਕਾਂਡਾਂ ਤੇ ਧਾਰਮਿਕ ਪੁਜਾਰੀਆਂ ਦੇ ਤਮਾਮ ਜਾਲਾਂ ਦੇ ਵਿੱਚੋਂ ਦੀ ਨਿਕਲ ਕੇ ਇਸ ਠੱਗ ਵਿਦਿਆ ਨੂੰ ਜਾਣਦਿਆਂ ਹੋਇਆਂ ਉਹ ਇਹਨਾਂ ਤੋਂ ਛੁਟਕਾਰਾ ਪਾਉਣ ਲਈ ਯਤਨਸ਼ੀਲ ਹੋ ਸਕੇ ਤੇ ਸਰਦਾ ਪੁੱਜਦਾ ਸਮਾਜ ਲਈ ਕੋਈ ਚੰਗਾ ਨੇਕ ਕਾਰਜ ਕਰੇ, ਪਰਉਪਕਾਰੀ ਜੀਵਨ ਬਣਾਵੇ। ਅਜਿਹਾ ਭਗਤ ਸਾਹਿਬਾਨਾਂ ਦੀ ਸੋਚ ਮੰਡਲ ਦੇ ਵਿੱਚ ਹਮੇਸ਼ਾ ਚੱਲਦਾ ਰਿਹਾ ਔਰ ਉਹਨਾਂ ਨੇ ਜੋ ਜੋ ਸ਼ਬਦ ਉਚਾਰਨ ਕੀਤੇ, ਕੀਮਤੀ ਅਲਫਾਜ਼ ਲਿਖੇ, ਆਪਣਾ ਤਜਰਬਾ ਬਿਆਨ ਕੀਤਾ, ਉਹਨਾਂ ਨੂੰ ਗੁਰੂ ਮਹਾਰਾਜ ਜੀ ਨੇ ਪੋਥੀ ਦੇ ਵਿੱਚ ਇਸ ਕਰਕੇ ਸੰਭਾਲਿਆ ਕਿ ਇਹ ਹਜ਼ਾਰਾਂ ਸਾਲਾਂ ਤੱਕ ਮਾਨਵਤਾ ਦੇ ਰਾਹ ਪ੍ਰਦਰਸ਼ਨ ਦੇ ਲਈ ਇਹ ਚੰਗਾ ਇੱਕ ਚਾਨਣ ਮੁਨਾਰਾ ਹੋਏਗਾ। ਇਹ ਗਿਆਨ, ਇਹ ਸੋਝੀ ਆਉਂਦੀ ਦੁਨੀਆ ਤੱਕ ਇਹਦੀ ਬੇਹੱਦ ਜ਼ਰੂਰਤ ਤੇ ਲੋੜ ਬਣੀ ਰਹੇ। ਇਸ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੱਕ ਜਦੋਂ ਪੋਥੀ ਦਰ ਪੋਥੀ ਗੁਰਿਆਈ ਦੇ ਨਾਲ ਨਾਲ ਜਦੋਂ ਇਹ ਬਾਣੀ ਪਹੁੰਚੀ ਤੇ ਗੁਰੂ ਅਰਜਨ ਸਾਹਿਬ ਜੀ ਨੇ ਭਗਤਾਂ ਦੀ ਬਾਣੀ ਨੂੰ ਬੜੀ ਲੜੀ ਦੇ ਵਿੱਚ ਔਰ ਬੜੇ ਅਦਬ ਭਰੇ ਸ਼ਬਦਾਂ ਦੇ ਨਾਲ ਉਹਨਾਂ ਦੀ ਬਾਣੀ ਨੂੰ ਅੰਕਿਤ ਕਰ ਲਿਆ। ਜਿੱਥੇ ਅਸੀਂ ਬਾਕੀ ਮਹਾਨ ਭਗਤਾਂ ਦੇ ਜੀਵਨ ਮਨਾਉਂਦੇ ਹਾਂ, ਉੱਥੇ ਭਗਤ ਧੰਨਾ ਜੀ ਦਾ ਅੱਜ ਅਸੀਂ ਪੁਰਬ ਮਨਾ ਰਹੇ ਹਾਂ ਔਰ ਵਧਾਈ ਦੇ ਪਾਤਰ ਹਾਂ, ਕਿਉਂਕਿ ਤਕਰੀਬਨ ਸਿੱਖ ਪੰਥ ਦੇ ਅੰਦਰ ਅਸੀਂ ਜਾਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ, ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਤੇ ਵਧੇਰੇ ਹੁੰਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਵੀ ਚੇਤੇ ਕਰਦੇ ਹਾਂ। ਪਰ ਕੁਝ ਮੁੱਢਲੇ ਜੇ ਅਸੀਂ ਸਾਲ ਦੇ ਪੁਰਬ ਨਿਸ਼ਚਿਤ ਕੀਤੇ ਹੁੰਦੇ ਨੇ ਤਕਰੀਬਨ ਗੁਰਦੁਆਰਿਆਂ ਦੇ ਵਿੱਚ ਕੌਮਨ ਪੱਧਰ ਤੇ, ਅਸੀਂ ਬਾਕੀ ਗੁਰੂ ਸਾਹਿਬ ਦੇ ਗੁਰਿਆਈ ਦਿਹਾੜੇ, ਉਹਨਾਂ ਦੇ ਪ੍ਰਕਾਸ਼ ਪੁਰਬ, ਜੋਤੀ ਜੋਤ, ਉਹ ਵੀ ਕਈ ਵਾਰੀ ਵਿਸਾਰ ਭੁਲਾ ਜਾਂਦੇ ਆ। ਤੇ ਰਹਿੰਦੀ ਗੱਲ ਜਿਹੜੇ ਭਗਤ ਸਾਹਿਬਾਨ ਨੇ ਉਹਨਾਂ ਦੇ ਦਿਨ ਦਿਹਾੜੇ ਵੀ ਅਸੀਂ ਮਨਾਉਣੋਂ ਰਹੇ। ਭਗਤ ਭੱਟ ਜੀ ਦੇ ਜੀਵਨ ਨੂੰ ਸਮਰਪਿਤ ਕੋਈ ਉਚੇਚ, ਗੁਰਸਿੱਖਾਂ ਦੇ ਜੀਵਨ ਦੇ ਵਿੱਚ ਜੋ ਉਹਨਾਂ ਨੇ ਘਾਲਣਾਵਾਂ ਘਾਲੀਆਂ ਜਾਂ ਘੱਲੂਕਾਰੇ ਵਾਪਰੇ, ਸਾਕੇ ਹੋਏ, ਉਹ ਅਮੁੱਲਕ ਦਿਹਾੜੇ, ਉਹ ਇੱਕ ਮਹਾਨ ਵਿਰਸੇ ਦੀ ਗੋਦ ਵਿੱਚ ਪਏ ਹੋਏ ਨੇ। ਅਸੀਂ ਉਹਨਾਂ ਇਤਿਹਾਸ ਦੀਆਂ ਤਾਰੀਕਾਂ ਨੂੰ ਜਦੋਂ ਰਲ ਮਿਲ ਬੈਠ ਕੇ ਸਾਂਝੀਆਂ ਕਰਦੇ ਹਾਂ, ਮਨਾਉਂਦੇ ਹਾਂ, ਤੇ ਸੁਭਾਵਕ ਹੈ ਕਿ ਇਸ ਨਤੀਜੇ ਤੇ ਕੌਮ ਪਹੁੰਚਦੀ ਹੈ ਕਿ ਆਖਿਰ ਉਹਨਾਂ ਦੀ ਇਹ ਸਾਰੀ ਦੀ ਸਾਰੀ ਘਾਲਣਾ ਕਿਸ ਲਈ ਸੀ। ਪਰਿਵਾਰ ਦੀਆਂ ਜਾਂ ਉਹਨਾਂ ਦੇ ਰਿਸ਼ਤੇਦਾਰੀਆਂ ਦੇ ਵਿੱਚ ਕੋਈ ਝਗੜਾ ਝਮੇਲਾ ਜਾਂ ਵੰਡ ਵੰਡਾਈ ਦਾ ਮਸਲਾ ਸੀ, ਜਾਂ ਵਾਕਈ ਹੀ ਉਹ ਕੁਝ ਕਰ ਗਏ ਨੇ, ਕਰਨਾ ਚਾਹੁੰਦੇ ਸਨ, ਸਮਾਜ ਨੂੰ ਕੁਝ ਉਹਨਾਂ ਨੇ ਚੰਗੇ ਨਤੀਜੇ ਦਿੱਤੇ, ਔਰ ਸਮੱਸਿਆਵਾਂ ਕੀ ਕੀ ਸਨ, ਕਿਵੇਂ ਫੇਸ ਕੀਤੀਆਂ ਗਈਆਂ, ਇਹ ਸਾਰਾ ਇਤਿਹਾਸਕ ਵਰਕੇ ਦੇ ਵਿੱਚੋਂ ਹੀ ਪਤਾ ਲੱਗਦਾ ਹੈ।
ਪਰ ਗੁਰੂ ਮਹਾਰਾਜ ਜੀ ਅਤੇ ਭੱਟ ਜੀ, ਭਗਤ ਜੀ, ਉਹਨਾਂ ਨੇ ਤੇ ਜੋ ਖੁਦ ਦਰਜ ਕਰ ਦਿੱਤਾ, ਜੋ ਖੁਦ ਬਿਆਨ ਕੀਤਾ ਹੈ, ਸਾਨੂੰ ਬਹੁਤਾ ਲੋੜ ਹੀ ਨਹੀਂ ਪੈਂਦੀ ਕਿਸੇ ਕੋਲੋਂ ਪੁੱਛਣ ਦੀ, ਕਿਉਂਕਿ ਮਹਾਰਾਜ ਭਗਤ ਸਾਹਿਬਾਨ ਆਪ ਉਹ ਗੱਲਾਂ ਦਰਜ ਕਰ ਗਏ। ਉਹਨਾਂ ਦੇ ਆਪਣੇ ਜੀਵਨ ਦਾ ਜੋ ਬਿਰਤਾਂਤ ਹੈ, ਜੀਵਨ ਸਾਖੀ ਹੈ, ਉਹ ਖੁਦ ਹੀ ਲਿਖ ਗਏ ਆਪਣੀ। ਪਰ ਤੁਸੀਂ ਵੇਖੋ ਕਿ ਉਹਨਾਂ ਦੇ ਨਾਲ ਬਹੁਤਾ ਸਮੇਂ ਦੇ ਇਤਿਹਾਸਕਾਰਾਂ ਨੇ ਇਨਸਾਫ ਨਹੀਂ ਕੀਤਾ। ਗੁਰੂ ਮਹਾਰਾਜ ਜੀ ਦੇ ਜੀਵਨ ਨੂੰ ਉਹਨਾਂ ਨੇ ਬੜਾ ਗੰਦਲਾ ਜਿਹਾ ਪੇਸ਼ ਕੀਤਾ ਹੋਇਆ, ਕਰਮਕਾਂਡੀ ਜੀਵਨ ਵਿਖਾਇਆ ਹੈ, ਜਾਂ ਗੁਰੂ ਮਹਾਰਾਜ ਜੀ ਨੂੰ ਚਮਤਕਾਰੀ ਤੇ ਜਾਦੂਗਿਰੀ ਇਹ ਖੇਡ ਖੇਡਦਿਆਂ ਵਿਖਾਇਆ ਗਿਆ ਸਾਖੀਆਂ ਦੇ ਵਿੱਚ। ਇਸ ਤਰ੍ਹਾਂ ਹੀ ਭਗਤ ਸਾਹਿਬਾਨਾਂ ਦੇ ਮਗਰ ਵੀ ਸਮੇਂ ਦੇ ਰਾਜਸੀ ਲੋਕ, ਧਾਰਮਿਕ ਆਗੂ, ਇਹ ਸਾਰੇ ਮਗਰ ਪਏ ਰਹੇ ਨੇ। ਉਹਨਾਂ ਦੀ ਜਿੱਥੇ ਜਿੱਥੇ ਵਾਹ ਚੱਲੀ, ਉਹਨਾਂ ਨੂੰ ਸਰੀਰਕ ਤੌਰ ਤੇ ਕਸ਼ਟ ਦੇਣ ਦੀ ਉਹ ਵੀ ਅਗਲਿਆਂ ਨੇ ਕੀਤੇ। ਪਰ ਜਿੱਥੇ ਉਹਨਾਂ ਨੇ ਸਮਾਜ ਨੂੰ ਉਹਨਾਂ ਦੇ ਪ੍ਰਥਾਏ ਉਲਝਣਾ ਪਾਉਣੀਆਂ ਸਨ, ਉੱਥੇ ਉਹਨਾਂ ਦੀ ਬਾਣੀ 'ਚ ਤਾਂ ਰਲਗੜ ਕਰ ਨਹੀਂ ਸਕੇ। ਕੋਸ਼ਿਸ਼ ਇਹ ਕੀਤੀ ਗਈ ਕਿ ਉਹਨਾਂ ਦੇ ਨਾਮ ਤੇ ਕੁਝ ਸਾਖੀਆਂ ਤੇ ਸਾਖੀਆਂ ਦੇ ਗ੍ਰੰਥ ਲਿਖ ਦਿੱਤੇ ਜਾਣ। ਜਿਵੇਂ ਭਗਤ ਮਾਲਾ ਇੱਕ ਗ੍ਰੰਥ ਹੈ। ਭਗਤ ਕਬੀਰ ਸਾਹਿਬ, ਭਗਤ ਰਵਿਦਾਸ ਜੀ, ਹੋਰ ਤਮਾਮ ਭਗਤਾਂ ਬਾਰੇ ਇੰਨੇ ਭੁਲੇਖੇ ਖੜੇ ਕੀਤੇ ਗਏ ਕਿ ਉਹ ਪੱਥਰ ਪੂਜਾ ਦੇ ਉਪਾਸ਼ਕ ਸਨ, ਤੀਰਥਾਂ ਤੇ ਜਾਂਦੇ ਸਨ। ਉਹਨਾਂ ਦਾ ਗੰਗਾ ਦੇ ਉੱਤੇ, ਜਮਨਾ ਦੇ ਉੱਤੇ, ਸਰਸਵਤੀ, ਇਹਨਾਂ ਤਮਾਮ ਗੰਗਾ ਨਦੀਆਂ ਦੇ ਉੱਤੇ ਬੇਹੱਦ ਯਕੀਨ ਸੀ ਉਹਨਾਂ ਦਾ। ਇਸ ਤਰ੍ਹਾਂ ਕੁਝ ਸਾਖੀਆਂ ਪੇਸ਼ ਕੀਤੀਆਂ ਗਈਆਂ ਭਗਤ ਜੀ ਦੇ ਜੀਵਨ ਨਾਲ ਜੋੜ ਕੇ। ਇਸੇ ਤਰ੍ਹਾਂ ਭਗਤ ਧੰਨਾ ਜੀ ਦੇ ਸੰਬੰਧਿਤ ਵੀ ਕੁਝ ਕਹਾਣੀਆਂ ਮਿੱਥ ਦਿੱਤੀਆਂ ਗਈਆਂ, ਪ੍ਰਚਾਰੀਆਂ ਗਈਆਂ। ਅਜੇ ਬਕਾਇਦਾ ਇਤਿਹਾਸ ਵਿੱਚ ਪ੍ਰੋਪਰ ਤਰੀਕਾ ਭਾਵੇਂ ਨਹੀਂ ਮਿਲਦੀਆਂ ਉਹਨਾਂ ਦੇ ਜਨਮ ਸੰਬੰਧੀ। ਰਾਜਸਥਾਨ ਦੇ ਵਿੱਚ ਭਗਤ ਧੰਨਾ ਜੀ ਧੁਆਨ ਪਿੰਡ ਪੈਂਦਾ, ਉੱਥੇ ਉਹਨਾਂ ਦਾ ਜਨਮ ਹੋਇਆ ਹੈ। ਕੁਝ ਇਤਿਹਾਸ ਦੀਆਂ ਤਰੀਕਾਂ ਜਿਹੜੀਆਂ ਨੇ ਉਹ ਆਪਸ ਵਿੱਚ ਸਾਂਝੇ ਤੌਰ ਤੇ ਨਿਰਣਾ ਕਰਦੀਆਂ ਨੇ ਕਿ ਉਹਨਾਂ ਦਾ ਜਨਮ 1473 ਸੰਮਤ ਨੂੰ ਹੋਇਆ ਹੈ। 57 ਤੁਸੀਂ ਸਾਲ ਘਟਾ ਦਿਓ ਤੇ ਸਨ ਨਿਕਲਦੀ ਹੈ ਤਕਰੀਬਨ 1416। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ 1469 ਨੂੰ, ਉਹਨਾਂ ਤੋਂ ਪਹਿਲਾਂ ਹੋ ਗਏ। ਸੋ ਭਗਤ ਧੰਨਾ ਜੀ ਦੇ ਸੰਬੰਧਿਤ ਜਿਹੜੀਆਂ ਕੁਝ ਮੁੱਖ ਸਾਖੀਆਂ ਨੇ, ਉਹਨਾਂ ਵਿੱਚੋਂ ਇੱਕ ਸਾਖੀ ਜਿਹੜੀ ਬੜੀ ਪ੍ਰਚਲਿਤ ਕੀਤੀ ਗਈ ਸਾਡੇ ਸਮਾਜ ਦੇ ਵਿੱਚ, ਉਹ ਇਹ ਸੀ ਕਿ ਭਗਤ ਧੰਨਾ ਜੀ ਨੇ ਬੇਹੱਦ ਸ਼ਰਧਾ, ਯਕੀਨ ਇੱਕ ਪੱਥਰ ਦੇ ਉੱਤੇ ਟਿਕਾ ਲਿਆ ਤੇ ਉਹਨਾਂ ਦੇ ਉਸ ਭਰੋਸੇ ਦੇ ਨਾਲ ਉਹਨਾਂ ਨੇ ਪੱਥਰ ਵਿੱਚੋਂ ਦੀ ਭਗਵਾਨ ਨੂੰ ਪ੍ਰਗਟ ਕਰ ਲਿਆ। ਤਕਰੀਬਨ ਇਹ ਸਾਡੀਆਂ ਜ਼ਬਾਨਾਂ ਤੇ ਸਾਖੀਆਂ, ਕਹਾਣੀਆਂ ਚੜਾਉਣ ਵਾਲਿਆਂ ਨੇ ਚੜਾ ਦਿੱਤੀਆਂ ਔਰ ਬੜੀਆਂ ਪ੍ਰਚਲਿਤ ਹੋਈਆਂ। ਵੱਡੇ ਵੱਡੇ ਰਾਗੀ ਜਥਿਆਂ ਨੇ ਸੁਣਾਈਆਂ ਸਟੇਜਾਂ ਤੇ, ਪ੍ਰਚਾਰਕਾਂ ਨੇ, ਜਥੇਦਾਰਾਂ ਨੇ, ਇੱਥੋਂ ਤੱਕ ਢਾਡੀ ਕਵੀਸ਼ਰਾਂ ਨੇ ਰੋਲੇ ਪਾ ਪਾ ਕੇ ਨਾ ਸਾਖੀਆਂ ਨੂੰ ਪੱਕਿਆਂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਸਾਡੇ ਕੋਲੋਂ ਇਹ ਗਲਤੀ ਤਾਂ ਹੁੰਦੀ ਹੈ, ਇਹ ਖਾਮੀ ਤਾਂ ਦ੍ਰਿੜ ਕਰਾਈ ਜਾਂਦੀ ਹੈ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੋਂ ਰੁਮਾਲਾ ਚੁੱਕ ਕੇ ਉਹਨਾਂ ਗੁਰੂ ਮਹਾਰਾਜ ਤੇ ਭਗਤ ਸਾਹਿਬਾਨਾਂ ਨਾਲ ਗੱਲ ਹੀ ਨਹੀਂ ਕਰਦੇ, ਪੁੱਛਦੇ ਹੀ ਨਹੀਂ ਕਿ ਜੋ ਤੁਹਾਡੇ ਬਾਰੇ ਪ੍ਰਚਾਰਿਆ ਗਿਆ ਹੈ, ਕਿਹਾ ਗਿਆ ਹੈ, ਸਾਡੇ ਤੱਕ ਗੱਲ ਪਹੁੰਚੀ ਹੈ ਕਿ ਵਾਕਈ ਭਗਤ ਜੀ ਇਦਾਂ ਹੋਈ ਸੀ ਤੁਹਾਡੇ ਨਾਲ। ਆਖਿਰ ਜੇ ਏਡੀ ਵੱਡੀ ਗੱਲ ਹੋਏਗੀ ਤਾਂ ਆਪਣੀ ਬਾਣੀ 'ਚ ਦਰਜ ਨਾ ਕਰਨਗੇ। ਚਲੋ ਉਹ ਆਪ ਨਾ ਕਰਨਗੇ, ਉਹਨਾਂ ਦੇ ਬਾਅਦ ਗੁਰੂ ਮਹਾਰਾਜ, ਗੁਰੂ ਨਾਨਕ ਸਾਹਿਬ ਉਹਨਾਂ ਦੀ ਜਦੋਂ ਗੱਲ ਕਰਦੇ ਨੇ, ਗੁਰੂ ਅਰਜਨ ਸਾਹਿਬ ਉਹਨਾਂ ਦੀ ਗੱਲ ਕਰਦੇ ਨੇ, ਤੇ ਉਹ ਕਿਤੇ ਹਾਮੀ ਭਰਦੇ ਹੋਣ ਬਾਣੀ ਦੇ ਵਿੱਚ ਕਿ ਵਾਕਈ ਧੰਨਾ ਜੀ ਨੇ ਪੱਥਰ 'ਚੋਂ ਰੱਬ ਪ੍ਰਗਟ ਕੀਤਾ। ਅੱਜ ਜਿਹੜੇ ਅੰਧ ਵਿਸ਼ਵਾਸੀ ਹੋ ਕੇ ਤੁਰੇ ਹੁੰਦੇ ਨੇ ਨਾ, ਉਹਨਾਂ ਕੋਲ ਕੁਝ ਅਜਿਹੇ ਹੀ ਪ੍ਰਮਾਣ ਹੁੰਦੇ ਨੇ। ਉਹ ਕਹਿੰਦੇ ਨੇ ਨਹੀਂ ਜੀ, ਸ਼ਰਧਾ ਹੋਣੀ ਚਾਹੀਦੀ ਹੈ। ਵੇਖੋ ਧੰਨਾ ਜੀ ਨੇ ਪੱਥਰ 'ਚੋਂ ਰੱਬ ਕੱਢ ਲਿਆ, ਸ਼ਰਧਾ ਹੋਣੀ ਚਾਹੀਦੀ ਹੈ ਬਸ। ਅਗਰ ਉਹਨਾਂ ਨੂੰ ਪੁੱਛੋ ਕਿ ਕੋਈ ਪ੍ਰਮਾਣ ਹੈ ਤੁਹਾਡੇ ਕੋਲ, ਕੋਈ ਦਲੀਲ, ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਤੁਹਾਡੇ ਕੋਲ ਪ੍ਰਮਾਣ ਹੋਵੇ, ਕੋਈ ਫਰਮਾਨ ਉਹਨਾਂ ਨੇ ਕੀਤਾ ਹੋਵੇ, ਉੱਥੇ ਨਹੀਂ ਸੁਣਿਆ ਜੀ, ਚੱਲਦਾ ਆ ਰਿਹਾ ਇੱਦਾਂ। ਅੱਜ ਅਸੀਂ ਤਕਰੀਬਨ ਬਸ 20-25 ਮਿੰਟ ਦੇ ਸਮੇਂ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਜਿਹੜਾ ਸ਼ਬਦ ਹੈ ਨਾ, ਉਸ ਰਾਹੀਂ ਇਹ ਗੱਲ ਸਾਂਝਿਆਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਭਗਤ ਜੀ ਨੇ ਆਖਿਰ ਜੀਵਨ ਦੇ ਵਿੱਚ ਕਰਤਾਰ ਅਕਾਲ ਪੁਰਖ ਨਾਲ ਸਾਂਝ ਬਣਾਈ ਕਿੱਦਾਂ, ਨੇੜਤਾ ਬਣੀ ਕਿੱਦਾਂ, ਉਹਨਾਂ ਨੂੰ ਪਰਮੇਸ਼ਵਰ ਦੇ ਦੀਦਾਰ ਕਿਸ ਰੂਪ ਦੇ ਵਿੱਚ ਹੋਏ ਤੇ ਸਾਧਨ ਕੀ ਸੀ ਉਹਨਾਂ ਦੇ ਕੋਲ। ਮੁੱਢਲੇ ਰੂਪ 'ਚ ਮੈਂ ਬੇਨਤੀ ਕਰਦਾ ਜਾਵਾਂ ਕਿ ਭਗਤ ਧੰਨਾ ਜੀ, ਜਿਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਕਰੀਬਨ 3 ਸ਼ਬਦ ਨੇ, ਕਈ ਇਹਨੂੰ 4 ਵੀ ਲਿਖਦੇ ਨੇ। ਉਹ 4 ਲਿਖਣ ਦਾ ਇੱਕ ਭੁਲੇਖਾ ਤਾਂ ਹੈ ਕਿ ਆਸਾ ਰਾਗ ਦੇ ਵਿੱਚ ਭਗਤ ਧੰਨਾ ਜੀ ਦੇ 2 ਸ਼ਬਦ ਨੇ, ਪਰ ਦੋਨਾਂ ਸ਼ਬਦਾਂ ਦੇ ਬਿਲਕੁਲ ਵਿੱਚ ਵਿਚਾਲੇ ਇੱਕ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਹੈ। ਸਿਰਲੇਖ ਹੈ ਮਹਿਲਾ 5ਵਾਂ।
ਪਰ ਉਹਨਾਂ ਦੇ ਸ਼ਬਦ ਦੇ ਵਿੱਚ ਅਖੀਰ ਸਮਾਪਤੀ ਵਿੱਚ ਨਾਨਕ ਦੀ ਮੋਹਰ ਨਹੀਂ ਹੈ। ਉੱਤੇ ਇਹ ਬਿਦ ਸੁਣ ਕੇ ਜਾਟਰੋਟ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਪਰ ਇਹ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਸ਼ਬਦ ਹੈ। ਉਹਦਾ ਰੀਜ਼ਨ ਵੱਖਰੀ ਗੱਲ ਹੈ, ਆਪਾਂ ਸਾਂਝਾ ਕਰਾਂਗੇ ਕਿ ਕਿਉਂ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ, ਕੀ ਲੋੜ ਪਈ ਸੀ। ਦੋ ਸ਼ਬਦ ਨੇ, ਇਸ ਤੋਂ ਇੱਕ ਪਹਿਲਾ ਸ਼ਬਦ ਹੈ ਭਗਤ ਧੰਨਾ ਜੀ ਦਾ, ਤੇ ਇਸ ਸ਼ਬਦ ਤੋਂ ਬਾਅਦ ਗੁਰੂ ਅਰਜਨ ਸਾਹਿਬ ਦੇ ਉਚਾਰਨ ਕੀਤੇ ਸ਼ਬਦ ਤੋਂ ਬਾਅਦ ਇੱਕ ਸ਼ਬਦ ਹੈ, ਰੇ ਚਿਤ ਚੇਤਸ ਕੀ ਨਾ ਦਇਆਲ ਦਮੋਦਰ, ਬਿਬੇ ਨਾ ਜਾਨਸ ਕੋਈ, ਜੇ ਧਾਵੇਂ ਬ੍ਰਹਮੰਡ ਖੰਡ ਕਰਤਾ ਕਰੇ ਸੋ ਹੋਈ। ਪਹਿਲਾ ਸ਼ਬਦ ਹੈਗਾ ਭ੍ਰਮਤ ਫਿਰੰਤ ਬੋ ਜਨਮ ਬਿਲਾਨੇ, ਮਨ ਮਨ ਧਨ ਨਹੀਂ ਧੀਰੇ, ਪਹਿਲਾ ਸ਼ਬਦ। ਇੱਕ ਸ਼ਬਦ ਹੈਗਾ ਭਗਤ ਜੀ ਦਾ ਧਨਾਸਰੀ ਰਾਗ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ 695 ਅੰਕ ਤੇ ਸੁਭਾਇਮਾਨ ਹੈ। ਆਪ ਜੀ ਨੂੰ ਚੇਤੇ ਹੋਏਗਾ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਸੋ ਕਾਰਡ ਕਹਿ ਲੋ ਕਿ ਵੀ ਇਹ ਆਰਤੀਆਂ ਦੇ ਆਪਣੇ ਹੀ ਸਿਰਲੇਖ ਥੱਲੇ ਕੁਝ ਸ਼ਬਦ ਦਰਜ ਕੀਤੇ, ਉਹਦੇ ਵਿੱਚ ਭਗਤ ਧੰਨਾ ਜੀ ਦਾ ਵੀ ਸ਼ਬਦ ਇਹ ਜੋੜਿਆ ਹੋਇਆ ਪੜਿਆ ਜਾਂਦਾ, ਭਾਵੇਂ ਕਿ ਇਹਦਾ ਅਰਥ ਆਰਤੀ ਨਾਲ ਕਿਤੇ ਵੀ ਨਹੀਂ ਹੈਗਾ। ਉੱਥੇ ਆਰਤੇ ਦਾ ਅਰਥ ਹੈ ਜਾਚਕ, ਮੰਗਤਾ, ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਉਹ ਜਾਚਨਾ ਕਰਦਾ ਹੋਇਆ। ਗੋਪਾਲ, ਇਹ ਧਰਤੀ ਦੇ ਮਾਲਕ ਅਕਾਲ ਪੁਰਖ ਜੀ, ਗੋਪਾਲ ਤੇਰਾ ਆਰਤਾ, ਮੈਂ ਤੇਰਾ ਮੰਗਤਾ ਹਾਂ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਖੈਰ ਅੱਜ ਵਿਸ਼ਾ ਨਹੀਂ ਕਿ ਇਸ ਦੇ ਹੋਰ ਵਿਸਥਾਰ 'ਚ ਅਸੀਂ ਜਾਈਏ। ਭਗਤ ਜੀ ਨੇ 3 ਸ਼ਬਦ ਉਚਾਰਨ ਕੀਤੇ ਨੇ। ਹੁਣ ਜਿਹੜਾ ਉਹਨਾਂ ਦਾ ਆਸਾ ਰਾਗ ਦਾ ਸ਼ਬਦ ਸੀ ਭ੍ਰਮਤ ਫਿਰਤ ਬੋ ਜਨਮ ਬਿਲਾਨੇ, ਉਹਦੇ ਵਿੱਚ ਅਖੀਰ ਦੇ ਵਿੱਚ ਉਹਨਾਂ ਨੇ ਆਪ ਇਹ ਇੱਕ ਐਲਾਨਨਾਮਾ ਕਹਿ ਲਓ ਜਾਂ ਖੁਦ ਉਹਨਾਂ ਨੇ ਇਹ ਪ੍ਰਮਾਣਿਤ ਕੀਤਾ ਕਿ ਧੰਨੇ ਨੇ ਕਰਤਾਰ ਨਾਲ ਸਾਂਝ ਬਣਾ ਲਈ ਸੀ। ਪਰ ਉਹ ਸਾਧਨ ਕੀ ਸੀ, ਕਿੱਦਾਂ? ਤੇ ਉਹਨਾਂ ਨੇ ਅਖੀਰ ਵਿੱਚ ਉਹ ਸ਼ਬਦ ਲਿਖਿਆ, ਧੰਨੇ ਧਨ ਪਾਇਆ ਧਰਣੀ ਧਰ, ਧਰਣੀ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਧੰਨੇ ਨੇ ਪਾ ਲਿਆ। ਧੰਨੇ ਧਨ ਪਾਇਆ ਧਰਣੀ ਧਰ, ਮਿਲ ਜਨ ਸੰਤ ਸਮਾਨਿਆ। ਸੰਤ ਜਨਾਂ ਦੀ ਸੰਗਤ ਕਰਕੇ, ਸੰਤ ਜਨਾਂ ਦੀ ਸਤਸੰਗੀਆਂ ਦੀ ਸੰਗਤ ਕਰਕੇ, ਸੁਹੱਬਤ ਮਾਣ ਕੇ ਭਗਤ ਧੰਨਾ ਜੀ ਨੇ ਰੱਬ ਜੀ ਦਾ ਨਿਗ ਮਾਣ ਲਿਆ, ਸਾਥ ਮਾਣ ਲਿਆ, ਭਾਵ ਅਕਾਲ ਪੁਰਖ ਜਾਣ ਲਿਆ। ਅਕਾਲ ਪੁਰਖ ਦੇ ਸ਼ੁਭ ਗੁਣ ਆਪਣੇ ਜੀਵਨ 'ਚ ਲੈ ਆਏ, ਉਹਦੇ ਹੁਕਮ ਨੂੰ ਪਹਿਚਾਣ ਲਿਆ, ਉਸ ਅਨੁਸਾਰੀ ਹੋ ਕੇ ਤੁਰ ਪਏ, ਹੁਕਮੀ ਬਣ ਗਏ। ਤਮਾਮ ਕਰਮ ਕਾਂਡ ਵਹਿਮ ਭਰਮ ਤਿਆਗ ਦਿੱਤੇ, ਜਿਹਦੇ ਲਈ ਬੜਾ ਲੰਮਾ ਜੀਵਨ ਦਾ ਸਮਾਂ ਬਰਬਾਦ ਕੀਤਾ। ਭ੍ਰਮਤ ਫਿਰਤ ਬਹੁਤ ਜਨਮ ਬਿਲਾਨੇ, ਬੜਾ ਲੰਮਾ ਸਮਾਂ। ਤਨ ਮਨ ਧਨ ਨਹੀਂ ਧੀਰੇ, ਜਿਹਦੇ ਨਾਲ ਨਾ ਮਨ ਨਾ ਧਨ ਕਿਸੇ ਪੱਖੋਂ ਧਰਵਾਸ ਹੀ ਨਹੀਂ, ਧੀਰਜ ਹੀ ਨਹੀਂ, ਟਿਕਾ ਹੀ ਨਹੀਂ ਸੀ ਆ ਰਿਹਾ। ਤੇ ਹੁਣ ਮਿਲ ਜਨ ਸੰਤ ਸਮਾਨਿਆ, ਗੱਲ ਮੁਕੰਮਲ ਹੋ ਗਈ। ਹੁਣ ਮਸਲਾ ਇਹ ਸੀ ਕਿ ਭਗਤ ਧੰਨਾ ਜੀ ਜਿਹੜੀ ਸਟੇਟਮੈਂਟ ਦੇ ਗਏ ਨੇ ਕਿ ਬਈ ਮੈਂ ਸੰਤ ਜਨਾਂ ਦੀ ਸੰਗਤ ਕਰਕੇ ਰੱਬ ਮਾਣਿਆ, ਹੁਣ ਉਹ ਕੌਣ ਨੇ ਸੰਤ ਜਨ? ਸਵਾਲ ਸੀ ਆਪਣੇ ਆਪ ਦੇ ਵਿੱਚ ਇੱਕ ਖੜਾ। ਇਸ ਕਰਕੇ ਗੁਰੂ ਮਹਾਰਾਜ ਜੀ ਨੇ ਜਦੋਂ ਭਗਤ ਜੀ ਦੀ ਬਾਣੀ ਨੂੰ ਦਰਜ ਕੀਤਾ ਨਾ, ਤੇ ਉਸ ਵੇਲੇ ਸੁਭਾਵਕ ਹੈ ਇਹ ਸਵਾਲ ਆਉਣਾ ਹੀ ਆਉਣਾ ਸੀ ਸਾਡੇ ਅੰਦਰ, ਪੈਰੋਕਾਰਾਂ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥੇ ਟੇਕਣ ਵਾਲਿਆਂ ਦੇ ਅੰਦਰ, ਕਿ ਧੰਨਾ ਜੀ ਕਹਿ ਤਾਂ ਗਏ ਨੇ, ਧੰਨੇ ਧਨ ਪਾਇਆ ਧਰਣੀ ਧਰ ਮਿਲ ਜਨ ਸੰਤ ਸਮਾਨਿਆ। ਕੌਣ ਸੰਤ ਜੀ ਸੰਤ ਜਨ? ਹੁਣ ਇਹਦਾ ਸਾਰਿਆਂ ਨੇ ਫਾਇਦਾ ਚੁੱਕਣਾ ਸੀ। ਹਰ ਡੇਰੇਦਾਰ ਨੇ, ਹਰ ਇੱਕ ਰੱਬ ਖੋਣ ਵਾਲੇ ਨੇ, ਹਰ ਇੱਕ ਗੱਦੀਦਾਰ ਨੇ ਕਹਿਣਾ ਸੀ ਕਿ ਸਾਡੇ ਜਿਹੜੇ ਵੱਡੇ ਵਡੇਰੇ ਸਨ ਨਾ, ਉਹਨਾਂ ਦੀ ਸੰਗਤ ਕੀਤੀ ਸੀ ਧੰਨਾ ਜੀ ਨੇ, ਤਾਂ ਉਹਨਾਂ ਨੂੰ ਰੱਬ ਮਿਲਿਆ। ਹੁਣ ਆਪਾਂ ਕਿਵੇਂ ਇਹ ਨਿਰਣਾ ਕਰਦੇ ਕਿ ਵੀ ਕੌਣ ਸਨ ਸੰਤ ਜਨ? ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਅਗਲਾ ਸ਼ਬਦ ਆਪ ਲਿਖ ਦਿੱਤਾ ਮਹਿਲਾ 5ਵਾਂ ਦੇ ਸਿਰਲੇਖ ਥੱਲੇ। ਮਹਾਰਾਜ ਕਹਿੰਦੇ ਨੇ, ਮੈਂ ਇਹ ਗੱਲ ਥੋੜੀ ਜੀ ਖੋਲਣਾ ਚਾਹੁੰਦਾ ਕਿ ਧੰਨਾ ਜੀ ਦੇ ਕਹੇ ਹੋਏ ਇਹ ਸ਼ਬਦ ਤੇ ਉਹਨਾਂ ਦੀ ਸਟੇਟਮੈਂਟ ਕਿਤੇ ਸਾਨੂੰ ਬਿਨਾਂ ਵਿਚਾਰਿਆਂ ਕਿਤੇ ਸਾਡਾ ਭੁਲੇਖਾ ਹੀ ਨਾ ਕਿਤੇ ਹੋਰ ਵੱਧ ਜਾਏ, ਖੜਾ ਹੋ ਜਾਏ। ਇਸ ਕਰਕੇ ਮਹਾਰਾਜ ਚਾਹੁੰਦੇ ਸਨ ਇਹਦਾ ਖੁਲਾਸਾ ਹੋ ਜਾਏ। ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਆਪ ਸਹਿਜ ਪਾਠ ਰੂਪ 'ਚ ਪੜ੍ਹਦੇ ਹੋ, ਬਾਣੀ ਪੜ੍ਹਦੇ ਹੋ, ਉੱਥੇ ਤੁਸੀਂ ਦੇਖੋਗੇ ਭਗਤ ਫਰੀਦ ਸਾਹਿਬ, ਭਗਤ ਕਬੀਰ ਜੀ ਦੀ ਬਾਣੀ, ਉਹਨਾਂ ਦੇ ਸ਼ਬਦ ਤੇ ਸਲੋਕਾਂ ਦੇ ਨਾਲ ਗੁਰੂ ਮਹਾਰਾਜ ਨੇ ਆਪਣੇ ਵੀ ਸ਼ਬਦ ਤੇ ਸਲੋਕ ਦਰਜ ਕੀਤੇ ਕੁਝ। ਉਹ ਇਸ ਕਰਕੇ ਨਹੀਂ ਕਿ ਉਹ ਗੱਲ ਅਧੂਰੀ ਕਹਿ ਗਏ ਨੇ ਤੇ ਤਾਂ ਮਹਾਰਾਜ ਜੀ ਨੇ ਪੂਰੀ ਕਰਤੀ ਹੈ, ਨਹੀਂ, ਗੱਲ ਪੂਰੀ ਕੀਤੀ ਭਗਤ ਜੀ ਨੇ, ਪਰ ਉਹਨੂੰ ਹੋਰ ਖੁਲਾਸੇ ਦੀ ਲੋੜ ਹੈ, ਉਹਦੀ ਵਿਆਖਿਆ ਦੀ ਲੋੜ ਹੈ। ਕੋਈ ਭਰਮ ਨਾ ਖੜ ਜਾਏ, ਬਸ ਗੱਲ ਤੇ ਇੰਨੀ ਹੈ।
ਤਾਂ ਮਹਿਲੇ ਪਹਿਲੇ ਥੱਲੇ, ਮਹਿਲੇ ਤੀਜੇ ਤੇ ਮਹਿਲੇ ਪੰਜਵੇਂ ਥੱਲੇ ਸ਼ਲੋਕ ਨੇ ਭਗਤਾਂ ਦੇ ਸ਼ਲੋਕਾਂ ਦੇ ਨਾਲ ਨਾਲ। ਤੁਸੀਂ ਕਦੀ ਗੌਰ ਨਾਲ ਪੜ੍ਹਿਓ, ਸਿਰਫ ਭਰਮ ਨਾ ਪੈਦਾ ਹੋਵੇ ਸਮਾਜ 'ਚ। ਗੱਲ ਭਗਤਾਂ ਦੀ ਵਿਚਾਰ ਦੇ ਉੱਤੇ ਹੀ ਮਹਾਰਾਜ ਜੀ ਨੇ ਆਪਣੀ ਵਿਚਾਰ ਦੇ ਕੇ ਉਹਨੂੰ ਦ੍ਰਿੜ ਕਰਾਇਆ, ਖੋਲ੍ਹਿਆ ਉਸ ਗੱਲ ਨੂੰ। ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਨੇ ਸ਼ਬਦ ਦੇ ਵਿੱਚ ਆਖਿਆ, ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ। ਭਗਤ ਧੰਨਾ ਜੀ ਸੁਣ ਕੇ ਉਹਨਾਂ ਨੇ ਕੁਝ ਸੁਣਿਆ। ਇਹ ਬਿਦ ਦਾ ਅਰਥ ਹੈ ਮੈਥਡ, ਤਰੀਕਾ, ਢੰਗ, ਉਹ ਮਰਿਆਦਾ, ਉਹ ਸਿਸਟਮ ਉਹਨਾਂ ਨੇ ਧਿਆਨ ਨਾਲ ਸੁਣੀ। ਉਹਨੇ ਕੋਈ ਬਾਤ ਸੁਣੀ। ਇਹ ਬਿਦ ਸੁਣ ਕੇ ਜਾਟਰੋ ਦਾ ਅਰਥ ਹੈ ਜਿਹੜੇ ਜ਼ਮੀਂਦਾਰ ਸਨ। ਸਮੇਂ ਦੇ ਮੁਤਾਬਕ ਬਾਕੀ ਭਗਤਾਂ ਨੇ ਵੀ ਆਪਣੇ ਆਪਣੇ ਕਿਰਤਾਂ ਕੀਤੀਆਂ ਨੇ। ਕਿਸੇ ਨੇ ਚਮੜਿਆਂ ਦਾ ਕੰਮ ਕੀਤਾ ਹੈ, ਕਿਸੇ ਨੇ ਕੱਪੜੇ ਰੰਗਣ ਦਾ, ਕੱਪੜੇ ਉੰਨਣ ਦਾ ਕੰਮ ਕੀਤਾ ਹੈ, ਬੁਣਨਾ ਤੰਨਾ, ਇਹ ਕੰਮ ਭਗਤ ਕਬੀਰ ਸਾਹਿਬ ਜੀ ਕਰਦੇ ਰਹੇ ਨੇ। ਆਪਣੇ ਆਪਣੇ ਵਕਤ ਦੀ ਕਿਰਤ ਸਾਰੇ ਭਗਤਾਂ ਨੇ ਤਕਰੀਬਨ ਕੀਤੀ ਹੈ। ਔਰ ਇਹ ਗੱਲ ਵਿਪਰ ਵੱਲੋਂ, ਬ੍ਰਾਹਮਣੀਵਾਦ ਵੱਲੋਂ ਇਹ ਕਹਿ ਲਓ ਕਿ ਜਿਹੜੇ ਆਪਣੇ ਆਪ ਨੂੰ ਸੋ ਕੜ ਸੁਪਰੀਮ ਮੰਨਦੇ ਸਨ ਨਾ, ਉਹਨਾਂ ਨੇ ਇਹ ਇੰਡੀਆ ਦੇ ਵਿੱਚ ਉਸ ਖਿੱਤੇ 'ਚ ਪ੍ਰਚਾਰ ਕੀਤਾ ਸੀ ਕਿ ਜਿਹੜੇ ਇਸ ਕਿਸਮ ਦੀ ਕਿਰਤ ਕਰਨ ਵਾਲੇ ਲੋਕ ਨੇ ਨਾ, ਇਹ ਤੇ ਹੈ ਹੀ ਸ਼ੂਦਰ ਨੇ। ਇਹਨਾਂ ਨੂੰ ਤਾਂ ਧਾਰਮਿਕ ਸਥਾਨਾਂ 'ਚ ਆਉਣਾ ਹੀ ਮਨਾ ਹੈ, ਧਾਰਮਿਕ ਗ੍ਰੰਥ ਪੜ੍ਹਨੇ ਮਨਾ ਨੇ। ਇਹ ਲਿਬੜੇ ਤਿਬੜੇ ਲੋਕ ਰੱਬ ਨੂੰ ਕਿੱਦਾਂ ਪਾ ਸਕਦੇ ਨੇ? ਹੁਣ ਜਿਹੜਾ ਜ਼ਮੀਂਦਾਰ ਹੋਏਗਾ ਉਹ ਤੇ ਲਿਬੜਿਆ ਰਹੇਗਾ ਹਮੇਸ਼ਾ, ਉਹਦੇ ਕੱਪੜੇ ਲਿਬੜੇ ਰਹਿਣਗੇ, ਤਨ ਚਿੱਕੜ 'ਚ ਲਿਬੜਿਆ ਰਹੇਗਾ। ਇਹ ਰੱਬ ਦੇ ਨੇੜੇ ਕਿੱਦਾਂ ਹੋ ਜਾਣਗੇ ਭਲਾ? ਰੱਬ ਪਾਕ ਹੈ, ਭਗਵਾਨ ਜੀ ਬੜੇ ਸ਼ੁੱਧ ਤੇ ਪਾਕ ਰੂਪ ਦੇ ਵਿੱਚ ਨੇ, ਇਦਾਂ ਤੇ ਉਹਨੂੰ ਕੋਲ ਕਿੱਦਾਂ ਬਿਠਾਣਗੇ? ਉਹ ਇਹ ਪ੍ਰਚਾਰ ਕੀਤਾ ਗਿਆ ਕਿ ਇਹ ਪਾ ਹੀ ਨਹੀਂ ਸਕਦੇ। ਗੁਰੂ ਮਹਾਰਾਜ ਜੀ ਨੇ ਉਹਨਾਂ ਭਗਤਾਂ ਦੀ ਬਾਣੀ ਨੂੰ ਇਸੇ ਕਰਕੇ ਦਰਜ ਕੀਤਾ ਕਿ ਵੇਖੋ ਉਹਨਾਂ ਨੇ ਪਾਇਆ, ਰੱਬ ਸਮਝਿਆ, ਰੱਬ ਜਾਣਿਆ ਉਹਨਾਂ ਨੇ। ਤੇ ਭਗਤ ਧੰਨਾ ਜੀ ਤੱਕ ਜਦੋਂ ਇਹ ਗੱਲ ਪਹੁੰਚੀ ਕਿ ਆ ਸੰਤ ਜਨਾਂ ਨੇ, ਮਹਾਨ ਪੁਰਸ਼ਾਂ ਨੇ ਕਰਤਾਰ ਨਾਲ ਸਾਂਝ ਬਣਾਈ ਹੈ, ਲੋਕਾਂ ਨੂੰ ਵੀ ਜਗਾਇਆ ਹੈ, ਤੇ ਧੰਨਾ ਜੀ ਦੇ ਅੰਦਰ ਹੌਸਲਾ ਬਣ ਗਿਆ ਕਿ ਕੋਈ ਗੱਲ ਹੀ ਨਹੀਂ ਹੈਗੀ। ਸਾਨੂੰ ਸ਼ੂਦਰ ਕਹਿਣ ਵਾਲਿਆਂ ਨੇ, ਪ੍ਰਚਾਰਨ ਵਾਲਿਆਂ ਨੇ ਬੜਾ ਭੰਡੀ ਪ੍ਰਚਾਰ ਕੀਤਾ ਹੋਏਗਾ। ਉਹ ਨਿਰਾਸ਼ਤਾ ਦੇ ਖੱਡ ਚੋਂ ਨਿਕਲ ਆਏ, ਅੰਦਰ ਇੱਕ ਉਮੰਗ ਜੀ ਜਾਗ ਗਈ। ਹੁਣ ਉਹ ਕੌਣ ਸਨ ਜਿਨ੍ਹਾਂ ਦੀ ਬਾਤ ਸੁਣੀ ਉਹਨਾਂ ਨੇ? ਮਹਾਰਾਜ ਕਹਿੰਦੇ ਨੇ, ਇਹ ਬਿਦ ਸੁਣ ਕੇ ਜਾਟਰੋਟ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਹੁਣ ਇਹ ਬਿਦ, ਉਹ ਬਿਦ ਕੀ ਹੈ? ਮਹਾਰਾਜ ਜੀ ਨੇ ਸ਼ਬਦ ਆਰੰਭ ਕੀਤਾ ਤੇ ਆਖਿਆ, ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਭਗਤ ਧੰਨਾ ਜੀ ਤੱਕ ਇਹ ਬਾਤ ਪਹੁੰਚੀ ਕਿ ਜਿਹੜੇ ਨਾਮਦੇਵ ਸਾਹਿਬ ਹੋਏ ਨੇ ਨਾ, ਮਹਾਰਾਸ਼ਟਰ ਵਿੱਚ ਹੋਏ ਨੇ, ਉਹਨਾਂ ਨੇ ਗੋਬਿੰਦ ਦਾ ਸੰਗ ਕੀਤਾ। ਗੋਬਿੰਦ ਭਾਵ ਅਕਾਲ ਪੁਰਖ, ਕਰਤਾਰ ਵਾਹਿਗੁਰੂ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਉਹਨਾਂ ਦਾ ਮਨ ਲੀਨ ਹੋ ਗਿਆ ਗੋਬਿੰਦ ਦੇ ਵਿੱਚ, ਇੱਕ ਸੁਰ ਹੋ ਗਿਆ, ਕੋਈ ਸ਼ੰਕਾ ਰਿਹਾ ਹੀ ਨਹੀਂ, ਰੱਤੀ ਭਰ ਵੀ ਕੋਈ ਗੈਪ ਨਹੀਂ ਰਹਿ ਗਿਆ, ਮਨ ਲੀਨ ਹੋ ਗਿਆ ਉਹਨਾਂ ਦਾ। ਆੜਦਾਮ ਕੋ ਛੀਪਰੋ ਹੋਇਓ ਲਖੀਣਾ। ਜਿਹੜੇ ਲੋਕ ਉਹਨਾਂ ਬਾਰੇ ਭੰਡੀ ਪ੍ਰਚਾਰ ਕਰਕੇ ਕਹਿੰਦੇ ਸਨ ਤੇ ਅੱਡਾ ਕੌਡੀਆਂ ਦੇ ਬੰਦੇ ਨੇ, ਇਹਨਾਂ ਦੀ ਕੀ ਮਜਾਲ ਕੀ ਇਹ ਭਗਵਾਨ ਦੇ ਲਾਗੇ ਤਾਗੇ ਵੀ ਕਿਤੇ ਪਹੁੰਚਣ ਵਾਲੇ ਹੋਣ, ਇਹ ਜਾ ਹੀ ਨਹੀਂ ਸਕਦੇ ਉੱਥੋਂ ਤੱਕ। ਮਹਾਰਾਜ ਕਹਿੰਦੇ ਨੇ ਵੇਖੋ, ਤੁਸੀਂ ਕਹਿੰਦੇ ਹੋ ਆੜਦਾਮ ਕੋ ਛੀਪਰੋ, ਮਹਾਰਾਜ ਕਹਿੰਦੇ ਹੋਇਓ ਲਖੀਣਾ, ਉਹ ਤਾਂ ਲੱਖਾਂ ਦੇ ਹੋ ਚੁੱਕੇ ਜੇ, ਤੁਸੀਂ ਉੱਥੇ ਹੀ ਰਹਿ ਗਏ। ਉਹ ਤਾਂ ਲੱਖਾਂ ਦੇ ਹੋ ਗਏ, ਲੱਖਾਂ ਦਾ ਭਾਵੇਂ ਉਹ ਕੀਮਤੀ ਹੋ ਗਏ, ਬੇਸ਼ੁਮਾਰ ਹੋ ਗਏ, ਅਮੁੱਲਕ ਹੋ ਗਏ, ਵਜਨਦਾਰ ਬਣ ਗਏ। ਉਹ ਤਾਂ ਉਹਨਾਂ ਨੂੰ ਕੁੱਲ ਕਾਇਨਾਤ ਵੀ ਇਕੱਠੀ ਕਰਕੇ ਜ਼ਮੀਨ, ਮੁਲਕ, ਜਾਇਦਾਦ ਇਹਦੇ ਨਾਲ ਉਹ ਖਰੀਦ ਨਹੀਂ ਉਹਨਾਂ ਨੂੰ ਸਕਦੇ, ਏਡੇ ਵਜਨਦਾਰ ਹੋ ਗਏ, ਉਹ ਕੀਮਤੀ ਬਣ ਗਏ। ਉਹਨਾਂ ਦੀ ਜ਼ਬਾਨ, ਉਹਨਾਂ ਦੇ ਲਏ ਜੀਵਨ 'ਚ ਸਟੈਂਡ, ਉਹਨਾਂ ਦੇ ਪੁੱਟੇ ਹੋਏ ਕਦਮ, ਉਹ ਕੋਈ ਵੀ ਹੁਣ ਡਗਮਗਾ ਨਹੀਂ ਸਕਦਾ, ਉਰਾਂ ਪਰਾਂ ਨਹੀਂ ਹੋ ਸਕਦਾ, ਏਡੇ ਅਮੁੱਲਕ ਹੋ ਗਏ ਨਾਮਦੇਵ ਸਾਹਿਬ। ਹੁਣ ਇਹ ਗੱਲ ਜਦੋਂ ਧੰਨਾ ਜੀ ਤੱਕ ਪਹੁੰਚਦੀ ਹੈ ਤੇ ਸੁਭਾਵਕ ਹੈ ਕਿ ਧੰਨਾ ਜੀ ਉਹ ਇਸ ਪੱਖੋਂ ਉਹਨਾਂ ਨੇ ਵਿਚਾਰ ਕੀਤੀ ਕਿ ਨਾਮਦੇਵ ਸਾਹਿਬ, ਇਹਨਾਂ ਨੇ ਰੱਬ ਨੂੰ ਕਿਸ ਰੂਪ 'ਚ ਦੇਖਿਆ ਸੀ, ਕਿਸ ਰੂਪ 'ਚ ਜਾਣਿਆ। ਹੁਣ ਸੁਭਾਵਕ ਹੈ ਉਹਨਾਂ ਨਾਮਦੇਵ ਸਾਹਿਬ ਦੀ ਸੰਗਤ ਕਰਨ ਵਾਲੇ ਪੰਜਾਬ ਵੀ ਆਏ ਹੋਣਗੇ, ਰਾਜਸਥਾਨ ਵੀ ਵਿਚਰਦੇ ਹੋਣਗੇ, ਆਪਸ ਵਿੱਚ ਸੰਗਤ ਹੁੰਦੀ ਹੋਏਗੀ, ਬਾਣੀ ਪਹੁੰਚੀ ਹੋਏਗੀ ਜ਼ਰੂਰ। ਬਾਣੀ ਦੀ ਸਟੱਡੀ ਕੀਤੀ ਭਗਤ ਧੰਨਾ ਜੀ ਨੇ, ਇੱਕ ਜ਼ਮੀਂਦਾਰ ਨੇ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਨੌਲੇਜ, ਇਨਫੋਰਮੇਸ਼ਨ ਤੋਂ ਉੱਪਰ ਉੱਠ ਕੇ ਉਹਨੇ ਸੱਚੇ ਗਿਆਨ ਨਾਲ ਸਾਂਝ ਪਾਈ। ਔਰ
ਭਗਤ ਨਾਮਦੇਵ ਸਾਹਿਬ ਦੀ ਅਮੁੱਲਕ ਬਾਣੀ ਵਿਚਾਰ ਖਜ਼ਾਨਾ ਉਹਨਾਂ ਨੇ ਜਦੋਂ ਪੜ੍ਹਿਆ ਕਿ ਕਮਾਲ ਹੈ ਨਾਮਦੇਵ ਸਾਹਿਬ। ਹੁਣ ਉਹਨਾਂ ਦੀ ਬਾਣੀ ਕੀ ਕਹਿੰਦੀ ਹੈ, ਉਹਦੇ ਵਿੱਚ ਵਿਧ ਕੀ ਹੈ ਰੱਬ ਮਿਲਣ ਦੀ। ਧੰਨਾ ਭਗਤ ਨਾਮਦੇਵ ਸਾਹਿਬ ਜੀ ਦੇ ਬੇਅੰਤ ਸ਼ਬਦ ਨੇ, ਉਹਨਾਂ ਵਿੱਚੋਂ ਇੱਕ ਦੋ ਪ੍ਰਮਾਣ ਸਾਂਝੇ ਕਰਕੇ ਫਿਰ ਗਾਂ ਤੁਰਦੇ ਆ। ਨਾਮਦੇਵ ਸਾਹਿਬ ਨੇ ਆਖਿਆ, ਆਜ ਨਾਮੇ ਬੀਠੁਲ ਦੇਖਿਆ ਮੈਂ ਰੱਬ ਵੇਖ ਲਿਆ, ਮੈਂ ਰੱਬ ਅਸਲ 'ਚ ਜਾਣ ਲਿਆ, ਰੱਬ ਹੈ ਕੀ ਹੈ। ਜਿਹੜਾ ਇਹਨਾਂ ਨੇ ਪ੍ਰਚਾਰਿਆ ਅਜੇ ਤੱਕ, ਉਹਨਾਂ ਬਾਰੇ ਵੀ ਭਗਤ ਨਾਮਦੇਵ ਸਾਹਿਬ ਕਹਿੰਦੇ ਨੇ, ਮੈਂ ਦੱਸਣਾ ਚਾਹੁੰਦਾ। ਆਜ ਨਾਮੇ ਬੀਠੁਲ ਦੇਖਿਆ ਮੂਰਖ ਕੋ ਸਮਝਾऊं रे, पांडे तुमरी गायत्री लोदे का खेत खाती थी, लेकर ठेंगा टंगरी तोरी लांगत लांगत जाती थी। ਭਗਤ ਨਾਮਦੇਵ ਸਾਹਿਬ ਨੇ ਗਾਇਤਰੀ ਮੰਤਰ ਬਾਰੇ ਕਹਾਣੀ ਦੱਸੀ। ਉਹ ਕਹਿੰਦੇ ਤੁਸੀਂ ਇਹ ਪ੍ਰਚਾਰਿਆ ਕਿ ਪਿਛਲੇ ਜਨਮ ਦੇ ਵਿੱਚ ਗਾਂ ਸੀ, ਕਿਸੇ ਜੱਟ ਦੇ ਖੇਤ ਵਿੱਚ ਵੜ ਗਈ ਤੇ ਉਹਨੇ ਜਦੋਂ ਸੋਟਾ ਵਗਾ ਕੇ ਮਾਰਿਆ ਤੇ ਇੱਕ ਲੱਤ ਟੁੱਟ ਗਈ, ਤੇ ਅਗਲੇ ਜਨਮ ਦੇ ਵਿੱਚ 3 ਲਾਈਨਾਂ ਵਾਲੀ 3 ਪੰਕਤੀਆਂ ਵਾਲੀ ਗਾਇਤਰੀ ਮੰਤਰ ਦੇ ਰੂਪ ਦੇ ਵਿੱਚ ਪ੍ਰਗਟ ਹੋਈ। ਨਾਮਦੇਵ ਸਾਹਿਬ ਕਹਿੰਦੇ ਨੇ ਝੂਠ ਮੈਂ ਸਮਝ ਲਿਆ ਚੰਗੀ ਤਰ੍ਹਾਂ ਤੁਹਾਡਾ, ਤੁਸੀਂ ਸਿਰਫ ਆਪਣੇ ਮੰਤਰ ਲੋਕਾਂ ਨੂੰ ਪਕਾਉਣ ਲਈ, ਮੰਤਰ ਦੇਣ ਲਈ ਇਹ ਸਾਰੀਆਂ ਕਹਾਣੀਆਂ ਮਿੱਥੀ ਬੈਠੇ ਹੋ। ਇਹਦੇ 'ਚ ਕੋਈ ਰੱਬ ਵਾਲੀ ਗੱਲ ਹੀ ਨਹੀਂ ਸੀ ਹੈਗੀ। ਕਹਿੰਦੇ ਮੈਂ ਦੱਸਣਾ ਰੱਬ ਕੀ ਹੈ। ਆਜ ਨਾਮੇ ਬੀਠੁਲ ਦੇਖਿਆ ਮੂਰਖ ਕੋ ਸਮਝਾऊं रे, पांडे तुम्हारी गायत्री लोदे का खेत खाती थी, लेकर ठेंगा टंगरी तोरी लांगत लांगत जाती थी। पांडे तुम्हारा महादेव सो भी आवत देखा था, मोदी के कर खाना पाका वाका लड़का मारिया था। तुसी कहते हो कि शंकर जी बड़े महान होए, भगवान ने। नामदेव साहब कहते किसी ने घर उन्होंने इनवाइट किया लंगर पानी प्रशादे ਲਈ ਤੇ ਉਹਦੇ 'ਚ ਸਿਰਫ ਲੂਣ ਘੱਟ ਸੀ, ਬਸ ਤਾਂਡਵ ਸ਼ੁਰੂ ਹੋ ਗਿਆ ਤੇ ਉਹਨਾਂ ਦਾ ਬੱਚਾ ਅਗਲਿਆਂ ਨੇ ਉੱਥੇ ਸ਼ਰਾਬ ਦੇ ਕੇ ਮਾਰ ਦਿੱਤਾ। ਇਹ ਤੁਸੀਂ ਕਹਿੰਦੇ ਹੋ, ਨਾਮਦੇਵ ਸਾਹਿਬ ਕਹਿੰਦੇ ਨੇ ਮੈਂ ਤਾਂ ਸਿਰਫ ਇਹ ਗੱਲ ਦੱਸਣਾ ਚਾਹੁੰਦਾ, ਇਹਦੇ 'ਚ ਰੱਬ ਵਾਲੀ ਗੱਲ ਕਿਹੜੀ ਹੈ ਦੱਸੋ। ਪਾਂਡੇ ਤੁਮਰਾ ਮਹਾਦੇਵ ਬਲਦ ਧੌਲੇ ਬਲਦ ਚੜੇ आवत देखा था, मोदी के कर खाना पाका वाका लड़का मारिया था। पांडे तुमरा रामचंद सोफी आवत देखा था, रावण सेती सरवर होई घर की जोए गवाई थी। पत्नी उन्होंने गवाई लभदे रहे किन्ना चिर। भगवान कहते हो तुसी। नामदेव जी का अपना उन्हों का वेखो बाणी दे विच ये फैसला है। नामदेव साहब तुसी किद्दां रब पाया। वो कहते हिंदू पूजै देहुरा, मुसलमान मसीत, नामे सोई सेविया ना देहुरा ना मसीत। मैं तो रब पाया जिहड़ा देहुरे ते मसीतां दे विच नहीं हैगा, भाव पत्थरां च नहीं हैगा। हुण आ गल धन्ना जी तक पहुंची है ते की धन्ना जी आप पत्थर च भगवान प्रगट करन ते लगे होणगे। फिर ये बिद सुन के जाट रोट भगती लागा दा मतलब की रह गया। नामदेव साहब ते आप कह रहे ने, भगत नामदेव जी का एक होर शब्द लईए, उहदे विच उन्होंने सीधे पत्थर दे जिहड़े बुत प्रस्ती वाले लोग सन उन्हां नूं संबोधित होकर एक गल पूछी उन्होंने। वो कहंदे ने एक पाथर कीजे भाओ, दूजे पाथर धरिए पाओ। एक ही पत्थर दे टुकड़े तुसी दो टुकड़े करते दो, एक टुकड़े नूं लिया के तुसी उहनूं छिल के तैयार करके ते उहदे विचों मूरत प्रगट इकट्ठी करके मूरत प्रगट करके ते उहनूं स्थापित करता ते आखता है भगवान है। उत्थे मत्थे टेकदे हो, उत्थे सारा कुछ हुंदा है, दुध चढ़ाउंदे हो, फुੱਲ चढ़ाउंदे हो, आरतियां करदे हो, ते उस ही पत्थर दा एक अद्धा हिस्सा उहदे ते पैर धरदे हो, पैर धर के लंघ जांदे हो। एक है पाथर कीजे भाओ, दूजे पाथर धरिए पाओ, जे ओ देओ तां ओ पी देवा, कह नाम दिओ हम हर की सेवा। ये गल सी जिहड़ी धन्ना जी नूं जगा गई कि नहीं जी, ये जिहड़ी बुत प्रस्ती प्रचारी गई इहदे पिछे बड़ा वड्डा स्वार्थ है, बड़ी वड्डी दुकान चल रही है। साडे विहड़े विचों पत्थर चुक के साडे ही मोहरे अगले भगवान रूप दे विच प्रगट कर जांदे ने ते किन्ना कुछ ठग के लै जांदे ने। ते ओही नामदेव साहब अपनी बाणी दे विच जागृत करदिआं लोकां नूं ये गल कह रहे सन कि वेखो हुण इहदे दुआले लोग किदां मंडरा रहे ने। आन ले कुंभ भराई ले उदक, ठाकुर को इशनान करूं, 42 लख जी जलमे होते, बिठल पहला काए करूं। भगत नामदेव साहब जत्र जाऊं तत बिठल पहला, मैं तो जिथे जाना उधर भी रब है। जत्र जाऊं तत बिठल पहला, महा आनंद करे सद केला। वो तो गरीब बच्चों के विच भी है, लोड़वंदां दे विच भी है, गरीब गुरबे दे विच भी है। असीं ते लोड़वंदां तक पहुँच करते हैं। जत्र जाऊं तत बिठल पहला, सारी थां ते परमेश्वर है, अकाल पुरख है। आन ले फूल परोई ले माला, ठाकुर की हो पूज करूं, पहले बास लई है भवरे, बिठल पहला काए करूं। क्यों फुल तोड़ने, किनू सुगंधी दे रहे हो तुसीं?
आन ले दूध रिधाइले खीरंग ठाकुर को नवैद करूं भोग लाउणा। पहले दूध बिटारियो बछरै बीठुल पहला काहे करूं। ईबे बीठुल उबे बीठुल बीठुल बिन संसार नहीं। थान थनंतर नामा प्रणवै पूर रहो तू सर्ब मही। तो ते हर जरे ते है, हर थां ते है। ਇਹ ਅਕਾਲ ਪੁਰਖ ਦੀ ਜਿਹੜੀ ਸਰਬ ਵਿਆਪਕ ਜਿਹੜੀ ਹੋਂਦ ਸੀ ਨਾ, ਇਹ ਭਗਤ ਜੀ ਨੇ ਪ੍ਰਚਾਰੀ ਹੈ, ਆਪ ਮਾਣੀ ਵੀ ਹੈ, ਸਮਾਜ ਨੂੰ ਦਸੀ ਹੈ, ਦ੍ਰਿੜ ਕਰਾਈ ਹੈ, ਰਚਨਾ ਲਿਖ ਦਿੱਤੀ। ਧੰਨਾ ਜੀ ਤੱਕ ਇਹ ਖਬਰ ਪਹੁੰਚੀ, ਹੌਸਲੇ ਬਣ ਗਏ ਉਹਨਾਂ ਦੇ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਖਿਆ, ਗੋਬਿੰਦ 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 ਸਿੰਘ ਨਾਮ ਦਿਓ ਮਲੀਣਾ। ਆੜ ਦਾਮ ਕੋ ਛਿਪਰੋ ਹੋਇਓ ਲਾਖੀਣਾ। ਬੁਨਨਾ ਤਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ। नीच कुला जुल्हारा पयो गुणी गहीरा। गुरु महाराज जी ने भगत कबीर साहब जी की अगली उदाहरण दी, जिहड़े कि धन्ना जी तक उन्हां दी ओह बिद पहुंची कि कबीर ने किदां पाया। अच्छा, नामदेव साहब जी का इतिहास स्टैंड सी लाइफ का, कबीर ने रब किदां पाया, आखिर की बिद सी, की तरीका सी, की मैथड सी उन्हां दे कोल। हुण सुभावक उन्हां दी बाणी पढ़ी, उन्हां दी स्टेटमेंटां पढ़ियां उन्हां ने, ਉਹਨਾਂ ਦੇ ਜੀਵਨ 'ਚ ਵਾਪਰੀਆਂ ਹੋਈਆਂ ਘਟਨਾਵਾਂ ਜੋ ਖੁਦ ਉਹ ਆਪ ਬਾਣੀ ਦੇ ਵਿੱਚ ਦਰਜ ਕਰ ਗਏ, ਉਹਦੀ ਸਟੱਡੀ ਕੀਤੀ ਚੰਗੇ ਤਰੀਕੇ ਨਾਲ, ਨੀਅਤ ਨਾਲ ਬੈਠ ਕੇ ਭਗਤ ਧੰਨਾ ਜੀ ਨੇ ਇੱਕ ਲੈਸਨ ਪੜ੍ਹਿਆ ਉਹਨਾਂ ਦਾ। ਉੱਥੋਂ ਉਹਨਾਂ ਨੂੰ ਪਤਾ ਲੱਗਾ ਕਿ ਸਮਾਜ ਵਿੱਚ ਰੱਬ ਵੱਖਰੇ ਕਿਸਮ ਦਾ ਪੇਸ਼ ਕੀਤਾ ਗਿਆ। ਅੱਜ ਤੱਕ ਸਦੀਆਂ ਤੱਕ ਰੱਬ ਦੇ ਨਾਮ ਤੇ ਹੀ ਲੁੱਟ ਹੁੰਦੀ ਰਹੀ ਹੈ, ਪਰ ਉਹ ਤਾਂ ਕੁਝ ਹਸਤੀ ਹੋਰ ਹੈ, ਉਹਦੀ ਹੋਂਦ ਹੋਰ ਕਿਸਮ ਦੇ ਨਾਲ ਸਮਝਣੀ ਪਏਗੀ। ਉਹ ਕੁਦਰਤ ਨੂੰ ਬਣਾਉਣ ਵਾਲਾ ਕਾਦਰ ਕਿਸ ਰੂਪ ਦੇ ਵਿੱਚ ਹੈ, ਕਿੱਦਾਂ ਸਾਂਝ ਬਣਦੀ ਇਸ ਜੀਵਨ ਦੇ ਵਿੱਚ। ਭਗਤ ਕਬੀਰ ਜੀ ਦੀ ਬਾਣੀ ਦੇ ਵਿੱਚੋਂ ਦੀ ਪ੍ਰਮਾਣ ਲੈਣੇ ਆ। ਭਗਤ ਕਬੀਰ ਜੀ ਨੇ ਆਪਣੀ ਬਾਣੀ ਦੇ ਵਿੱਚ ਵੇਖੋ ਸਾਫ਼ ਨਿਰਣਾ ਦੇ ਦਿੱਤਾ। ਸਭ ਤੋਂ ਪਹਿਲਾਂ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹਮਰਾ ਝਗੜਾ ਰਹਾ ਨਾ ਕੋ ਪੰਡਤ ਮੂਲਾ ਛਾੜੇ ਦੋ। ਵੀ ਸਾਡਾ ਕਿਸੇ ਨਾਲ ਵੈਰ ਨਹੀਂ, ਜੋ ਅਸੀਂ ਗੱਲ ਕਹਿਣ ਜਾ ਰਹੇ ਹਾਂ, ਜੋ ਅਸੀਂ ਜੀਵਨ 'ਚ ਅਪਣਾ ਰਹੇ ਹਾਂ, ਕਿਸੇ ਦੇ ਵੈਰ ਭਾਵਨਾ ਦੇ ਵਿੱਚ ਨਹੀਂ, ਪਰ ਸਾਨੂੰ ਕਹਿਣੀ ਤਾਂ ਪਏਗੀ ਨਾ ਆਖਿਰ ਕਿ ਬਈ ਇਹਦੇ ਨਾਲ ਅਸੀਂ ਸਹਿਮਤ ਨਹੀਂ ਹੈਗੇ। ਇਹਨੂੰ ਝਗੜਾ ਨਾ ਸਮਝਿਓ। ਜੇ ਤੁਹਾਡੀ ਮਰਜ਼ੀ ਦੇ ਅਕੋਰਡਿੰਗ ਵੇਖੀਏ ਤੇ ਤੁਸੀਂ 33 ਕਰੋੜ ਦੇਵਤੇ ਘੜ ਦਿੱਤੇ, ਤੇ ਅਸੀਂ ਤੇ ਇੱਕੋ ਦੀ ਗੱਲ ਕਰਦੇ ਹਾਂ, ਸਾਨੂੰ ਉਹਨਾਂ ਵੀ ਹੱਕ ਨਹੀਂ ਹੈਗਾ। ਹਮਰਾ ਝਗੜਾ ਰਹਾ ਨਾ ਕੋ ਪੰਡਤ ਮੂਲਾ ਛਾੜੇ ਦੋ। ਪੰਡਤ ਮੂਲਾ ਜੋ ਲਿਖ ਦਿਆ ਛਾੜ ਚਲੇ ਹਮ ਕਛੂ ਨਾ ਲਿਆ। ਨਾ, ਭਗਤ ਕਬੀਰ ਜੀ ਕਹਿੰਦੇ ਕੁਝ ਨਹੀਂ ਚੁੱਕਿਆ ਇਹਦੇ ਵਿੱਚੋਂ, ਕੋਈ ਪੁਰਾਣੀ ਪਰਿਭਾਸ਼ਾ ਹੀ ਨਹੀਂ ਲਈ ਅਸੀਂ। ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਗਾ ਕਾਹੇ ਦੁੱਖ ਮਾਨਿਆ। हम अपता अपनी पत खोई हमरे खोज परो मत कोई। हम मंदे मंदे मन माही सांझ पात काहू स्यो नाही। पत अपत ताकि नहीं लाज तब जानोगे जब उगरे को पाज। हम मस्कीन खुदाई बंदे, एक शब्द है आसा राग दे विच कबीर साहब दा। हम मस्कीन खुदाई बंदे तुम राजस मन भावै। अल्लाह अवल दीन को साहिब जोर नहीं फरमावै। कोई ऐसा रब भी है कि जिहड़ा किसे उत्ते जुल्म ते जोर करन दे लई ਉਹ ਹਾਮੀ ਭਰਦਾ ਹੋਵੇ, ਉਹ ਕਵੇ ਤੁਸੀਂ ਮੇਰੇ ਨਾਂ ਥੱਲੇ ਕਿਸੇ ਦੇ ਉੱਤੇ ਜ਼ੁਲਮ ਕਰੋਗੇ ਨਾ, ਮੈਂ ਇਹ ਵੀ ਪ੍ਰਮਾਣ ਕਰਾਂਗਾ। ਇਸਲਾਮ ਧਰਮ ਵਾਲਿਆਂ ਨੇ ਇਦਾਂ ਹੀ ਇੰਤਹਾ ਕੀਤੀ ਜ਼ੁਲਮ ਦੀ। ਉਹਨਾਂ ਨੇ ਆਖਿਆ ਖੁਦਾ ਨੂੰ ਖੁਸ਼ ਕਰਨਾ ਨਾ, ਤੇ ਜਿਹੜੇ ਕਾਫਰ ਨੇ ਉਹਨਾਂ ਨੂੰ ਭਾਵੇਂ ਧੱਕੇ ਦੇ ਨਾਲ, ਕਿਰਪਾਨ ਦੇ ਨੋਕ ਦੇ ਨਾਲ ਮਨਾਉਣਾ ਪਵੇ, ਨਹੀਂ ਮੰਨਦੇ ਤੇ ਉਹਨਾਂ ਦੀ ਧੌਣ ਲਾਤੀ ਜਾਵੇ, ਤੇ ਇਹਦੇ ਵਿੱਚ ਵੀ ਖੁਦਾ ਦੀ ਖੁਸ਼ੀ ਮਿਲੇਗੀ ਸਾਨੂੰ। ਭਗਤ ਕਬੀਰ ਸਾਹਿਬ ਨੇ ਪੁਕਾਰ ਕੇ ਆਖਿਆ, ਕਹਿੰਦੇ ਇਹ ਕਿੱਦਾਂ ਦਾ ਰੱਬ ਹੈ ਬਈ? ਉਹ ਅਕਾਲ ਪੁਰਖ ਇਦਾਂ ਦਾ ਹੋ ਸਕਦਾ ਜਿਹੜਾ ਕਿਸੇ ਦੇ ਧੱਕੇ ਦੀ ਹਾਮੀ ਭਰਦਾ ਹੋਵੇ? ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸ ਮਨ ਭਾਵੈ। ਤੁਸੀਂ ਰਾਜੇ ਮਹਾਰਾਜਿਆਂ ਨੂੰ ਖੁਸ਼ ਕਰਨ ਵਾਲੇ ਲੋਕ ਹੋ। ਕਾਜੀ ਸਾਹਿਬ, ਤੁਸੀਂ ਆਪਣੇ ਗਿਰੇਬਾਨ ਦੇ ਵਿੱਚ ਝਾਤੀ ਮਾਰ ਕੇ ਵੇਖੋ, ਤੁਸੀਂ ਕਿੰਨਾ ਦੇ ਤਲਵੇ ਚੱਟਦੇ ਹੋ। ਸਾਡੇ ਗਰੀਬ ਗੁਰਬੜਿਆਂ ਦੇ ਉੱਤੇ ਤੁਸੀਂ ਫਰਮਾਨ ਚਲਾਉਂਦੇ ਹੋ ਆ ਕੇ। ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸ ਮਨ ਭਾਵੈ। ਅੱਲਾ ਅਵਲ ਦੀਨ ਕੋ ਸਾਹਿਬ ਜ਼ੋਰ ਨਹੀਂ ਫਰਮਾਵੈ। ਕਾਜ਼ੀ ਬੋਲਿਆ ਬਨ ਨਹੀਂ ਆਵੇ। ਗੱਲਾਂ ਬਾਤਾਂ ਨਾਲ ਨਹੀਂ ਬਣਦੀ ਰੱਬ ਦੇ ਨਾਲ। ਰੋਜ਼ਾ ਧਰੇ ਉੱਥੇ ਉਹਨਾਂ ਨੇ ਫਿਰ ਅਗਲੇ ਪਾਸੇ ਆਪਣੀ ਇੱਕ ਵਿਚਾਰ ਦਿੱਤੀ ਹੈ ਨਾ ਭਗਤ ਕਬੀਰ ਸਾਹਿਬ ਜੀ ਨੇ। ਮਾਟੀ ਏਕ ਭੇਖ ਤਰਨਾਨਾ ਤਾਂ ਮੈਂ ਬ੍ਰਹਮ ਪਛਾਨਾ। ਉਹਨਾਂ ਨੇ ਆਖਿਆ ਸਾਰੀ ਇੱਕ ਦੇ ਮਿੱਟੀ ਦੇ ਗੁੰਨੇ ਹੋਏ ਆ ਆਪਾਂ, ਕੋਈ ਫਰਕ ਨਹੀਂ ਹੈਗਾ, ਕੋਈ ਉੱਚਾ ਤੇ ਕੋਈ ਸਾਡੇ ਵਿੱਚੋਂ ਨੀਵਾਂ ਨਹੀਂ ਹੈਗਾ, ਰੱਬ ਵੱਲੋਂ ਦਰਕਾਰਿਆ ਨਹੀਂ ਹੈਗਾ। ਇਹ ਸੀ ਕਬੀਰ ਜੀ ਦੀ ਵਿਚਾਰ, ਕਬੀਰ ਜੀ ਦੀ ਥੌਟ, ਉਹਨਾਂ ਦਾ ਇਨਕਲਾਬੀ ਪੱਖ। ਉਹਨਾਂ ਦੇ ਸਲੋਕਾਂ ਵਿੱਚ ਪੜ੍ਹ ਕੇ ਵੇਖ ਲਓ। ਕਬੀਰ ਪਾਹਨ ਪਰਮੇਸ਼ਰ ਕੀਆ। ਪਾਹਨ ਦਾ ਅਰਥ ਹੁੰਦਾ
ਪੂਜੈ ਸਭ ਸੰਸਾਰ, ਸਾਰਾ ਸੰਸਾਰ ਪੂਜਣ ਤੇ ਲੱਗਾ ਪਿਆ ਹੈ। ਪਾਹਨ ਬੋਰੀ ਪ੍ਰਿਥਵੀ ਬੂਢੇ ਕਾਲੀ ਧਾਰ, ਜਿਵੇਂ ਜਿੱਥੇ ਤੁਸੀਂ ਵੇਖੋ ਕੋਈ ਡੁੱਬਦਾ ਨਾ, ਪਾਣੀ ਘੁੰਮਦਾ ਹੈ ਕਾਲੀ ਧਾਰ, ਉੱਥੇ ਲੱਭਦਾ ਨਹੀਂ ਬੰਦਾ। ਇਹ ਬੁੱਤ ਪ੍ਰਸਤੀ ਇਦਾਂ ਹੈ, ਇਹਦੇ ਵਿੱਚ ਕੋਈ ਇੱਕ ਵਾਰੀ ਪੈ ਗਿਆ ਨਿਕਲ ਨਹੀਂ ਸਕਦਾ ਉਹਦੇ ਵਿੱਚੋਂ ਦੀ, ਡੁੱਬਣਾ ਹੀ ਡੁੱਬਣਾ ਹੈ। ਇਹ ਭਗਤ ਕਬੀਰ ਜੀ ਦਾ ਸਟੇਟਮੈਂਟ ਹੈ। ਹੁਣ ਇਹਦੀ ਸਟੱਡੀ ਹੋ ਰਹੀ ਸੀ ਭਗਤ ਧੰਨਾ ਜੀ ਵੱਲੋਂ, ਤੇ ਕੀ ਭਗਤ ਧੰਨਾ ਜੀ ਆਪ ਪੱਥਰ ਲੈ ਕੇ ਬਹਿ ਗਏ ਹੋਣਗੇ? ਫਿਰ ਉਹਨਾਂ ਨੇ ਪੜ੍ਹਿਆ ਕੀ ਕਬੀਰ ਜੀ ਬਾਰੇ, ਭਗਤ ਨਾਮਦੇਵ ਸਾਹਿਬ ਜੀ ਦੇ ਬਾਰੇ? ਇਹ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ ਨਾ, ਉਹਨਾਂ ਦਾ ਸ਼ਬਦ ਹੈ ਨਾ। ਉਸ ਤੋਂ ਅਗਲੀ ਉਦਾਹਰਨ ਹੈ ਭਗਤ ਗੁਰੂ ਮਹਾਰਾਜ ਕਹਿੰਦੇ ਨੇ, ਬੁਨਣਾ ਤੰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਕਬੀਰ ਸਾਹਿਬ ਜੀ ਨੇ ਬੁਨਣਾ ਤੰਨਾ ਤਿਆਗ ਦਿੱਤਾ। ਹੁਣ ਤਿਆਗਣ ਦਾ ਮਤਲਬ ਇਹ ਨਾ ਜਾਣਿਓ ਕਿ ਉਹਨਾਂ ਨੇ ਜਿਹੜੀ ਕਿਰਤ ਸੀ ਉਹ ਛੱਡ ਦਿੱਤੀ। ਬੁਨਣਾ ਤੰਨਾ ਦਾ ਅਰਥ ਹੈ ਜਿਹੜੀਆਂ ਉਲਝਣਾਂ ਨੇ ਧਰਮ ਦੇ ਨਾਮ ਤੇ, ਜਿਹੜੀਆਂ ਕਰਮ ਕਾਂਡ ਵਹਿਮ ਭਰਮ ਤਮਾਮ ਉਲਝਣਾਂ ਨੇ, ਬੁਨਣਾ ਤੰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ। ਜਿਨ੍ਹਾਂ ਨੂੰ ਲੋਕ ਨੀਚ ਕੁਲ ਦਾ ਕਹਿੰਦੇ ਸਨ, ਜੁਲਾਹਾ, ਉਹ ਗੁਣਾਂ ਦਾ ਖਜ਼ਾਨਾ ਬਣ ਗਿਆ। ਅਗਲੀ ਉਦਾਹਰਨ ਨਾਮਦੇਵ ਸਾਹਿਬ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਰਵਿਦਾਸ ਟਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਘਰ ਦਰਸ਼ਨ ਪਾਇਆ। ਸੰਗਤ ਦੇ ਵਿੱਚ ਪ੍ਰਗਟ ਹੋਏ ਰਵਿਦਾਸ ਸਾਹਿਬ, ਭਾਵੇਂ ਕਿ ਅਜੇ ਉਹ ਆਪ ਮਰੇ ਪਸ਼ੂ ਢੋਂਦੇ ਸਨ। ਹੁਣ ਜਦੋਂ ਧੰਨਾ ਜੀ ਜਿਹੜੇ ਜ਼ਮੀਂਦਾਰ ਨੇ ਉਹਨਾਂ ਤੱਕ ਜਦੋਂ ਇਹ ਗੱਲ ਪਹੁੰਚੀ ਹੋਏਗੀ ਕਿ ਕਮਾਲ ਹੈ, ਅਸੀਂ ਤੇ ਅੱਜ ਤੱਕ ਸੁਣਿਆ ਕਿ ਰੱਬ ਦਾ ਤੇ ਜੀਵ ਹੱਤਿਆ ਦਾ ਆਪਸ ਵਿੱਚ ਵੈਰ ਹੈ, ਬਈ ਮਰੇ ਜੀਵ ਦੇ ਲਾਗੇ ਨਹੀਂ ਭਗਤ ਜਾਂਦੇ ਹੁੰਦੇ। ਤੇ ਭਗਤ ਰਵਿਦਾਸ ਜੀ ਦੀ ਕਿਰਤ ਹੀ ਇਹ ਸੀ, ਉਹ ਮਰੇ ਪਸ਼ੂ ਢੋਂਦੇ ਸਨ, ਆਪ ਆਪਣੇ ਹੱਥ ਦੇ ਵਿੱਚ ਰੰਬੀ ਫੜ ਕੇ ਉਹਦੀ ਚਮੜੀ ਲਾਉਣੀ ਤੇ ਮੁੜ ਕੇ ਉਹਨਾਂ ਦੇ ਨਾਲ ਜੁੱਤੀਆਂ ਗੰਢਣੀਆਂ, ਜੁੱਤੀਆਂ ਬਣਾਉਣੀਆਂ। ਤੇ ਸੁਭਾਵਕ ਹੈ ਹੱਥ ਖੂਨ ਨਾਲ ਨਾ ਰੰਗੇ ਹੋਣਗੇ ਭਗਤ ਜੀ ਦੇ। ਰਵਿਦਾਸ ਟਵੰਤਾ ਢੋਰ, ਢੋਰ ਕਹਿੰਦੇ ਨੇ ਮਰੇ ਪਸ਼ੂ ਜਿਹੜੇ ਨੇ। ਰਵਿਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ। ਉਹਨਾਂ ਨੇ ਮਟੀਰੀਅਲ ਨਾਲ ਪਕੜ ਨਹੀਂ ਕੀਤੀ, ਇਹ ਉਹਨਾਂ ਦੀ ਕਿਰਤ ਸੀ ਆਪਣੀ। ਤੇ ਕਿਰਤ ਕਰਦਿਆਂ ਕਰਦਿਆਂ ਕਰਤਾਰ ਵਾਹਿਗੁਰੂ ਦੀ ਗੱਲਬਾਤ ਕਰੀ ਗਏ, ਆਪ ਉਹਦੇ ਗੁਣਾਂ ਦੇ ਵਿੱਚ ਰੰਗੇ ਗਏ। ਔਰ ਉਹਨਾਂ ਦੇ 40 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਭਗਤ ਰਵਿਦਾਸ ਸਾਹਿਬ ਜੀ ਦੇ। ਔਰ ਉਹਨਾਂ ਦੀ ਸਟੇਟਮੈਂਟ ਪੜ੍ਹ ਕੇ ਵੇਖ ਲਓ, ਬਨਾਰਸ ਦੇ ਆਲੇ ਦੁਆਲੇ ਹੋਰ ਵੀ ਜੁਲਾਹੇ ਰਹਿੰਦੇ ਸਨ। ਤੇ ਰਵਿਦਾਸ ਸਾਹਿਬ ਕਹਿੰਦੇ ਨੇ, ਮੇਰੇ ਤੋਂ ਹੁਣ ਵਿਪਰ ਡਰਦਾ ਹੈ, ਕੰਬਦਾ ਹੈ, ਹੁਣ ਤੇ ਮੱਥੇ ਟੇਕ ਕੇ ਲੰਘਦਾ ਅੱਗੇ ਉਹਦੀ। ਰਵਿਦਾਸ ਸਾਹਿਬ ਜੀ ਦਾ ਸ਼ਬਦ ਆਸਾ ਰਗ ਦੇ ਵਿੱਚ, ਮੇਰੀ ਜਾਤ ਕੁੱਟ ਬਾਂਡਲਾ ਢੋਲ ਟਵੰਤਾ ਨਿਤੇ ਬਨਾਰਸੀ ਆਸ ਪਾਸਾ। ਬੜੇ ਲੋਕ ਰਹਿੰਦੇ ਨੇ, ਪਰ ਅਬ ਵਿਪਰ ਪ੍ਰਧਾਨ ਕਰੇ ਡੰਡਾਓ ਤੇਰੇ ਨਾਮ ਸ਼ਰਨ ਆਏ ਰਵਿਦਾਸ ਦਾਸਾ। ਹੁਣ ਤੇ ਵਿਪਰ ਵੀ ਡੰਡੌਤ ਕਰਕੇ ਨੱਕ ਰਗੜ ਕੇ ਅੱਗੇ ਉਹ ਲੰਘਦਾ। ਉਹਨੂੰ ਹੁੰਦਾ ਕਿ ਰਵਿਦਾਸ ਦੀਆਂ ਦਲੀਲਾਂ ਦਾ ਜਵਾਬ ਕੋਈ ਨਹੀਂ ਹੈਗਾ। ਰਵਿਦਾਸ ਜਿਵੇਂ ਲੋਕਾਂ ਨੂੰ ਜਗਾ ਰਿਹਾ, ਅਸਲ ਦੇ ਵਿੱਚ ਉਹ ਜਾਗਿਆਂ ਹੋਇਆਂ ਨੂੰ ਹੁਣ ਲੁੱਟਿਆ ਨਹੀਂ ਜਾ ਸਕਦਾ। ਭਗਤ ਕਬੀਰ ਜੀ ਨੇ ਰਵਿਦਾਸ ਸਾਹਿਬ ਜੀ ਦਾ ਸਟੇਟਮੈਂਟ ਆਪਣੇ ਸ਼ਲੋਕਾਂ ਦੇ ਵਿੱਚ ਵੀ ਦਿੱਤਾ ਹੈ। ਉਹਨਾਂ ਨੇ ਆਖਿਆ, ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਏਂਗੇ ਸਤ ਭਾਖੈ ਰਵਿਦਾਸ। ਰਵਿਦਾਸ ਸਾਹਿਬ ਕਹਿੰਦੇ ਨੇ, ਰੱਬੇ ਅਕਾਲ ਪੁਰਖ ਵਾਹਿਗੁਰੂ ਵਰਗੇ ਹੀਰੇ ਕੀਮਤੀ ਗੁਣਾਂ ਦੇ ਘਰ ਨੂੰ ਛੱਡ ਕੇ ਤੁਸੀਂ ਥਾਂ ਥਾਂ ਤੇ ਭਟਕਦੇ ਫਿਰਦੇ ਹੋ। ਰਵਿਦਾਸ ਸਾਹਿਬ ਜੀ। ਸੋ ਮੁੱਕਦੀ ਗੱਲ, ਮਹਾਰਾਜ ਜੀ ਨੇ ਇਹ ਜਿਹੜੀਆਂ ਦਲੀਲਾਂ ਦਿੱਤੀਆਂ ਨਾ, ਇਹ ਹੌਸਲੇ ਸਨ। ਇਹਨਾਂ ਨੇ ਭਗਤ ਧੰਨਾ ਜੀ ਦੇ ਅੰਦਰ ਕਰਤਾਰ ਵਾਹਿਗੁਰੂ ਦੇ ਪ੍ਰਤੀ ਪ੍ਰੇਮ ਪੈਦਾ ਕਰ ਦਿੱਤਾ। ਰਵਿਦਾਸ ਟਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ। ਭਗਤ ਸੈਣ ਜੀ, ਸੈਣ ਭਣੈ, ਭਾਵ ਸੈਣ ਜੀ ਨੇ ਵੀ ਭਣਿਆ ਆਖਿਆ। ਬਾਣੀ ਦੇ ਵਿੱਚ ਉਹਨਾਂ ਦਾ ਇੱਕ ਸ਼ਬਦ ਦਰਜ ਹੈ, ਧਨਾਸਰੀ ਰਾਗ ਦੇ ਵਿੱਚ ਹੈ ਭਗਤ ਸੈਣ ਜੀ ਦਾ। ਸੈਣ ਭਣੈ ਭਜ ਪਰਮਾਨੰਦੇ, ਇਹ ਤੁਕ ਆਉਂਦੀ ਸ਼ਬਦ ਹੈ ਪੂਰਾ। ਹੁਣ ਭਗਤ ਜਿਹੜੇ ਸੈਣ ਜੀ ਹੋਏ ਨੇ, ਉਹਨਾਂ ਬਾਰੇ ਵੀ ਭਗਤ ਧੰਨਾ ਜੀ ਤੱਕ ਇਹ ਵਿਚਾਰ ਪਹੁੰਚੇ ਕਿ ਸੈਣ ਜੀ ਨਾਈ ਹੋਏ ਨੇ, ਬੁੱਤਕਾਰੀਆ ਕਰਦੇ ਰਹੇ ਨੇ। ਬੁੱਤਕਾਰੀਆ ਦਾ ਭਾਵ ਹੁੰਦਾ ਹੈ ਜਿਹੜੇ ਇਲਾਕੇ ਵਿੱਚ ਛੋਟੇ ਛੋਟੇ ਕੰਮ ਹੁੰਦੇ ਨੇ ਨਾ, ਉਹ ਕੰਮ ਕਿਸੇ ਅਜਿਹੇ ਬੰਦੇ ਨੂੰ ਦੇਣੇ ਕਿ ਜਿਹਨੂੰ ਪ੍ਰੋਪਰ ਪੱਕੀ ਜੌਬ ਨਹੀਂ ਦਿੱਤੀ ਹੋਈ। ਉਹਨੂੰ ਆਖਿਆ ਕਿ ਆਹ ਬੁੱਤੀ ਗੱਡ ਦੇ, ਆਹ ਕੰਮ ਕਰਿਆ, ਆਹ ਇਨਵੀਟੇਸ਼ਨ ਲੈਟਰ ਘਰਾਂ 'ਚ ਪਹੁੰਚਾਉਣੇ ਨੇ, ਆਹ ਫਲਾਣਾ ਕੰਮ ਕਰਨਾ ਹੈ, ਸੱਦਾ ਦੇਣਾ ਹੈ, ਆਹ ਇਕੱਠ ਕਰਾਉਣਾ ਹੈ। ਸੈਣ ਜੀ ਦੀ ਡਿਊਟੀ ਲੱਗਦੀ ਰਹੀ ਹੈ, ਕੋਈ ਵੀ ਸਾਦਾ ਰਿਹਾ ਇੱਦਾਂ। ਤੇ ਜਦੋਂ ਉਹਨਾਂ ਦੇ ਤਿਉਹਾਰ ਹੋਣੇ, ਦਿਨ ਤਿਉਹਾਰ ਮਨਾਉਣੇ,
ਜੰਮੇ ਮਰਨੇ ਦੇ ਉੱਤੇ ਉਹਨਾਂ ਨੇ ਬਕਾਇਦਾ ਬੁਤਕਾਰੀਆਂ ਲਈ ਕੁਝ ਧਨ ਤੇ ਜਾਂ ਅਨਾਜ ਕੱਢਣਾ, ਪਰ ਪੱਕੀ ਨੌਕਰੀ ਨਹੀਂ ਸੀ ਹੁੰਦੀ। ਤੁਸੀਂ ਵੇਖੋ ਕਿ ਉਹ ਕਿੱਦਾਂ ਦੇ ਹੋਣਗੇ। ਕੋਈ ਮਾਨਤਾ ਥੋੜਾ ਦਿੰਦਾ ਹੋਏਗਾ ਇਹੋ ਜਿਹਿਆਂ ਨੂੰ, ਕੋਈ ਸੁਣਦਾ ਇਹੋ ਜਿਹਾ ਨੂੰ ਕੋਈ ਕੋਲ ਬਿਠਾ ਕੇ ਉਹਦੀ ਚੰਗੀ ਗੱਲ ਵੀ ਨਹੀਂ ਸੁਣਨਾ ਚਾਹੇਗਾ। ਪਰ ਜਦੋਂ ਇਹ ਗੱਲ ਧੰਨਾ ਜੀ ਨੂੰ ਪਹੁੰਚੀ ਕਿ ਸੈਣ ਜੀ ਉਹ ਵੀ ਭਗਤ ਹੋਏ ਨੇ, ਸੈਣ ਨਾਈ ਬੁਤਕਾਰੀ ਆ। ਨਾਈ ਦਾ ਇੱਥੇ ਅਰਥ ਸਾਧ ਸੰਗਤ ਜੀ ਕੇਸ ਕੱਟਣ ਵਾਲਾ ਨਹੀਂ, ਜਿਹੜੇ ਨਾਈ ਹੁੰਦੇ ਸਨ ਚਿੱਠੀਆਂ ਪਹੁੰਚਾਉਣ ਵਾਲੇ, ਵਿਆਹਾਂ ਸ਼ਾਦੀਆਂ ਦੀਆਂ ਚਿੱਠੀਆਂ ਪਹੁੰਚਾਉਣ ਵਾਲੇ। ਸੈਣ ਨਾਈ ਬੁਤਕਾਰੀ ਆ, ਉਹ ਘਰ ਘਰ ਸੁਣਿਆ ਪ੍ਰਗਟ ਹੋ ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਭਗਤਾਂ ਦੀ ਲਿਸਟ ਦੇ ਵਿੱਚ ਸੈਣ ਜੀ ਗਿਣੇ ਗਏ ਨੇ, ਭਾਵੇਂ ਇੱਕ ਸ਼ਬਦ ਲਿਖਿਆ ਉਹਨਾਂ ਨੇ, ਕਿਉਂਕਿ ਹਿਰਦੇ ਵਸਿਆ ਪਾਰ ਬ੍ਰਹਮ, ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਹਿਰਦੇ ਵਿੱਚ ਹੈ। ਉਹ ਸੱਚ ਦਾ ਪ੍ਰਕਾਸ਼ ਲਈ ਬੈਠੇ ਨੇ। ਬਾਹਰੋਂ ਦੀ ਦੇਖ ਕੇ ਲੱਗਦਾ ਕਿ ਇਹ ਕਿੱਦਾਂ ਦੇ ਹੋਣਗੇ, ਪਰ ਮਹਾਰਾਜ ਆਖਦੇ ਕਿ ਉਹ ਬੜੇ ਉੱਚ ਸੋਚ ਵਾਲੇ ਹੋਏ ਨੇ। ਸਮਾਜ ਨੂੰ ਉਹਨਾਂ ਨੇ ਕਰਤਾਰ ਬਾਰੇ ਦੱਸਿਆ। ਸਤ ਸੰਗਤ ਦੇ ਵਿੱਚ ਬੈਠ ਕੇ ਉਹਨਾਂ ਨੇ ਸਿਰਫ ਕਰਤਾਰ ਦੇ ਗੁਣਾਂ ਦੀ ਚਰਚਾ ਕਰਨੀ। ਹੁਣ ਇਹ ਸਾਰੀ ਵਾਰਤਾ ਭਗਤਾਂ ਦੀ ਧੰਨਾ ਜੀ ਕੋਲ ਪਹੁੰਚੀ ਤੇ ਅਖੀਰ ਮਹਾਰਾਜ ਕਹਿੰਦੇ ਨੇ ਇਹ ਬਿੱਧ ਸੁਣ ਕੇ ਜਾਟ ਰੋ। ਇਹ ਬਿੱਧ ਅਰਥ ਹੈ ਇਹਨਾਂ ਭਗਤਾਂ ਦੀ ਲਾਈਫ ਸਟਾਈਲ, ਉਹਨਾਂ ਦੀ ਬਾਣੀ ਦੇ ਰਾਹੀਂ, ਉਹਨਾਂ ਦੇ ਆਪਣੇ ਜੀਵਨ ਦਾ ਤਜਰਬਾ, ਉਹਨਾਂ ਦੀਆਂ ਲਿਖਤਾਂ ਦੇ ਵਿੱਚੋਂ ਇਹ ਬਿੱਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਧੰਨਾ ਜੀ ਦੇ ਭਾਗ ਜਾਗੇ, ਵੱਡ ਭਾਗੇ ਹੋ ਗਏ। ਉਹਨਾਂ ਨੇ ਪ੍ਰਤੱਖ ਰੂਪ ਦੇ ਵਿੱਚ ਅਕਾਲ ਪੁਰਖ ਭਗਤਾਂ ਦੀ ਬਾਣੀ, ਉਹਨਾਂ ਦੀ ਵਿਚਾਰ, ਉਹਨਾਂ ਦੀ ਆਈਡੀਓਲੋਜੀ ਦੇ ਰਾਹੀਂ ਜਾਣ ਲਈ। ਪ੍ਰਤੱਖ ਦਾ ਭਾਵ ਹੁੰਦਾ ਹੈ ਹੁਣ ਕੋਈ ਸ਼ੰਕਾ ਨਹੀਂ ਹੈਗਾ, ਸਿੱਧੇ ਸਰੂਪ ਦੇ ਵਿੱਚ ਕਿ ਇਹ ਸਰਗੁਣ ਸਰੂਪ ਦੇ ਵਿੱਚ ਹੀ ਨਿਰਗੁਣ ਅਕਾਲ ਪੁਰਖ ਵਾਹਿਗੁਰੂ ਰਹਿ ਰਿਹਾ, ਆਪਣੇ ਹੁਕਮ ਦੇ ਵਿੱਚ ਹੀ ਉਹ ਸਮਾਇਆ ਹੋਇਆ ਹੈ। ਜਿਹਨੂੰ ਬਾਣੀ ਆਖਦੀ ਹੈ ਆਪੀ ਨੇ ਆਪ ਸਾਜ ਕੇ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨੌ, ਦੋਈ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਓ। ਇੱਥੇ ਹੀ ਉਹਨੂੰ ਮਹਿਸੂਸ ਕੀਤਾ ਤੇ ਭਗਤ ਧੰਨਾ ਜੀ ਨੇ ਵੀ ਉਸ ਕਰਤਾਰ ਦੇ ਹੋਂਦ ਨੂੰ, ਉਹਦੇ ਗੁਣਾਂ ਨੂੰ ਜੀਵਨ ਦੇ ਵਿੱਚ ਅਪਣਾਇਆ, ਮਾਣਿਆ। 3 ਸ਼ਬਦ ਉਹਨਾਂ ਨੇ ਦਰਜ ਉਚਾਰਨ ਕੀਤੇ ਜੋ ਮਹਾਰਾਜ ਜੀ ਨੇ ਉਹਨਾਂ ਦੇ ਕੀਮਤੀ ਉਹ ਬੋਲ ਆਪਣੀ ਪੋਥੀ ਦੇ ਵਿੱਚ ਸੰਭਾਲ ਲਏ। ਤੇ ਅੱਜ ਅਸੀਂ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ। ਉਹਨਾਂ ਦੇ ਅਮੁੱਲਕ ਬਾਣੀ ਵਿਚਾਰਾਂ ਰਾਹੀਂ ਔਰ ਗੁਰੂ ਅਰਜਨ ਸਾਹਿਬ ਜੀ ਦੇ ਵੱਲੋਂ ਲਿਖੇ ਗਏ ਮੁਬਾਰਕ ਸ਼ਬਦ ਦੇ ਰਾਹੀਂ ਉਹਨਾਂ ਦੇ ਜੀਵਨ ਪ੍ਰਥਾਏ ਪਾਏ ਗਏ ਭੁਲੇਖੇ ਨੂੰ ਅਸੀਂ ਆਪਸ ਵਿੱਚ ਜਾਣਨ ਦਾ, ਸਾਂਝਿਆ ਕਰਨ ਦਾ ਯਤਨ ਕੀਤਾ ਹੈ। ਵਿਚਾਰਾਂ ਦੌਰਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।